ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਰਿੰਦਰ ਬਾਜਵਾ। ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਨਵੇਂ ਸਿਆਸੀ ਹਾਲਾਤ ਸਿਰਜੇ ਜਾ ਰਹੇ ਨੇ, ਨਵੀਆਂ ਸਿਆਸੀ ਗਿਣਤੀਆਂ ਮਿੰਤੀਆਂ ਚੱਲ ਰਹੀਆਂ ਨੇ, ਉਹਨਾਂ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਇਸ ਸਮੇਂ ਮੌਜੂਦ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ। ਸਿਰਸਾ ਸਾਹਿਬ, ਜਗਬਾਣੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਰਸਾ ਸਾਹਿਬ, ਜਿਸ ਤਰ੍ਹਾਂ ਨਾਲ ਪੰਜਾਬ ਦੇ ਵਿੱਚ ਮਾਹੌਲ ਸਿਰਜਿਆ ਜਾ ਰਿਹਾ ਹੈ, ਤੁਹਾਡੀ ਪਾਰਟੀ ਵੱਲੋਂ ਜਿਹੜਾ ਲਗਾਤਾਰ ਰੈਲੀਆਂ ਕੀਤੀਆਂ ਜਾ ਰਹੀਆਂ ਨੇ, ਤੇ ਉਹਨਾਂ ਰੈਲੀਆਂ ਦੇ ਵਿੱਚ ਜਿਸ ਤਰ੍ਹਾਂ ਨਾਲ ਵਿਰੋਧ ਦੇਖਣ ਨੂੰ ਮਿਲ ਰਿਹਾ, ਜਾਂ ਕਹਿ ਲਈਏ ਕਿ ਕਿਸਾਨਾਂ ਵੱਲੋਂ ਜਿਸ ਤਰ੍ਹਾਂ ਦੇ ਪ੍ਰੋਟੈਸਟ ਕੀਤੇ ਜਾ ਰਹੇ ਨੇ, ਚਾਹੇ ਉਹ ਸਵਾਲ ਪੁੱਛਣ ਦੀ ਗੱਲ ਹੋਵੇ ਜਾਂ ਕੁਝ ਹੋਰ, ਇਸ ਸਭ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਪਹਿਲੀ ਗੱਲ ਇਹ ਆ ਕਿ ਮੈਂ ਜਿੱਥੋਂ ਤੱਕ ਨੋਟਿਸ ਲਿਆ ਹੈ, ਜਿੱਥੋਂ ਸ਼ੁਰੂਆਤ ਹੋਈ, ਕਿਸਾਨ ਜਥੇਬੰਦੀਆਂ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਬੀਜੇਪੀ ਨੂੰ ਛੱਡ ਕੇ ਬਾਕੀ ਕਿਸੇ ਦਾ ਵਿਰੋਧ ਨਹੀਂ ਕਰਨਾ। ਔਰ ਮੈਂ ਸਮਝਦਾ ਕਿ ਉਹਨਾਂ ਨੇ ਬਹੁਤ ਜ਼ਿੰਮੇਵਾਰੀ ਵਾਲਾ ਔਰ ਬੜਾ ਦੂਰਅੰਦੇਸ਼ੀ ਬਿਆਨ ਦਿੱਤਾ ਸੀ, ਕਿਉਂਕਿ ਉਹਦਾ ਕਾਰਨ ਆ ਲੜਾਈ ਜਿਸ ਪਾਰਟੀ ਨਾਲ ਆ ਜਿਸਨੇ ਕਾਲੇ ਕਾਨੂੰਨ ਰੱਦ ਨਹੀਂ ਕੀਤੇ, ਲੜਾਈ ਉਸ ਪਾਰਟੀ ਨਾਲ ਆ। ਔਰ ਉਸ ਤੋਂ ਬਾਅਦ ਜਿਹੜੀ ਇੱਕ ਰਾਜੇਵਾਲ ਜੀ ਵੱਲੋਂ ਸਟੇਟਮੈਂਟ ਦੇ ਦਿੱਤੀ ਗਈ ਕਿ ਜੇ ਆਪਾਂ ਸਵਾਲ ਪੁੱਛਣੇ ਆ, ਸਵਾਲ ਪੁੱਛਣ ਦਾ ਮਤਲਬ ਤੇ ਇਹੀ ਹੋ ਜਾਂਦਾ ਹੈ ਵੀ ਇਨਡਾਇਰੈਕਟ ਤਰੀਕੇ ਦੇ ਨਾਲ ਉਹਦਾ ਵਿਰੋਧ ਕੀਤਾ ਜਾਵੇ। ਸੋ ਉਹਨਾਂ ਦੇ ਮਨ 'ਚ ਕੀ ਭਾਵਨਾ ਰਹੀ ਹੈ ਤੇ ਉਹੀ ਜਾਣਦੇ ਆ, ਉਹੀ ਦੱਸ ਸਕਦੇ ਨੇ। ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਕਿ ਇਹਦੇ ਨਾਲ ਕੋਈ ਵੀ ਸਿਆਸੀ ਪਾਰਟੀ ਜਿਹੜੀ ਆ ਉਹਨੇ ਆਪਣਾ ਸਿਆਸੀ ਕੰਮ ਦੇ ਤਰੀਕੇ ਦੇ ਨਾਲ ਲੋਕਾਂ 'ਚ ਜਾਣਾ, ਆਪਣੀ ਗੱਲ ਦੱਸਣੀ, ਆਪਣੀਆਂ ਪਾਲਿਸੀਜ਼ ਦੱਸਣੀਆਂ ਨੇ, ਕੋਈ ਗਲਤ ਨਹੀਂ। ਔਰ ਮੈਂ ਇਹ ਨੋਟਿਸ ਲਿਆ ਕਿ ਜਿਹੜੇ ਪ੍ਰੋਟੈਸਟ ਹੋਏ, ਜੇ ਤੁਸੀਂ ਵੀ ਤਵੱਜੋ ਦਿੱਤੀ ਹੋਵੇ, ਉਹਦੇ ਅੰਦਰ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਜਿਹੜੇ ਲੋਕ ਸੀਗੇ ਉਹ ਹੱਥਾਂ 'ਚ ਕਿਸਾਨੀ ਵਾਲੇ ਬੈਨਰ ਫੜ ਕੇ ਤੇ ਉਹ ਅੱਗੇ ਸੜਕਾਂ ਤੇ ਆਏ। ਜਿੱਥੋਂ ਤੱਕ ਕਿਸਾਨ ਜਥੇਬੰਦੀਆਂ ਦੀ ਗੱਲ ਆ, ਮੈਂ ਸਮਝਦਾ ਕਿ ਜਦੋਂ ਉਹਨਾਂ ਨੇ ਬੜੇ ਜ਼ਿੰਮੇਵਾਰੀ ਨਾਲ ਇਹ ਸਟੇਟਮੈਂਟ ਦੇ ਦਿੱਤੀ ਸੀ, ਉਸ ਤੋਂ ਬਾਅਦ ਇਹਦੇ ਅੰਦਰ ਕੋਈ ਕਿੰਤੂ ਪਰੰਤੂ ਵਾਲਾ ਕੋਈ ਸਿਚੁਏਸ਼ਨ ਰਹੀ ਨਹੀਂ ਸੀ। ਔਰ ਦੂਜੀ ਗੱਲ, ਇੱਕ ਬਹੁਤ ਵੱਡਾ ਜਿਹੜਾ ਇਹ 'ਚ ਸਵਾਲ ਖੜਾ ਹੁੰਦਾ ਹੈ, ਅੱਜ ਆਪਾਂ ਲੜਾਈ ਜਿਹੜੀ ਆ ਉਹ ਲੜਾਈ ਕਿਹਦੇ ਨਾਲ ਆ? ਜੇ ਤੇ ਲੜਾਈ ਸਾਰੀਆਂ ਸਿਆਸੀ ਪਾਰਟੀਆਂ ਦੇ ਨਾਲ ਆ, ਮੈਨੂੰ ਨਹੀਂ ਲੱਗਦਾ ਕਿ ਫਿਰ ਕੋਈ ਕੰਕਲੂਸਿਵ ਹੋਊਗੀ, ਫਿਰ ਉਹਦਾ ਕੋਈ ਰਸਤਾ ਹੀ ਨਾ ਰਹਿ ਗਿਆ, ਕਿਉਂਕਿ ਲੜਾਈ ਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਆ। ਹਾਂ, ਉਹ ਗੱਲ ਜ਼ਰੂਰੀ ਸੀ ਕਿ ਪਹਿਲਾਂ ਪੁੱਛਿਆ ਜਾਂਦਾ ਵੀ ਦੱਸੋ ਕਿਹੜਾ ਇਹਦੇ ਹੱਕ 'ਚ ਹੈਗਾ ਤੇ ਕਿਹੜਾ ਇਹਦੇ ਹੱਕ 'ਚ ਨਹੀਂ ਹੈਗਾ। ਫੇਰ ਤੇ ਉਸ ਗੱਲ ਦਾ ਸਵਾਲ ਹੋ ਸਕਦਾ ਸੀ। ਜਿਹੜੇ ਲੋਕ ਇਹਦੀ ਲੜਾਈ ਸਾਥ ਦੇ ਰਹੇ ਨੇ, ਉਹਨਾਂ ਦਾ ਵਿਰੋਧ ਕਰਨ ਦਾ ਕੋਈ ਮੈਨੂੰ ਲੱਗਦਾ ਨਹੀਂ ਕਿ ਕਿਸੇ ਨੇ ਕੋਈ ਕੋਸ਼ਿਸ਼ ਕੀਤੀ ਆ। ਹਾਂ, ਪਾਰਟੀਆਂ ਵੱਲੋਂ, ਪੋਲੀਟੀਕਲ ਪਾਰਟੀਆਂ ਵੱਲੋਂ ਸ਼ਰਾਰਤ ਕੀਤੀ ਜਾ ਰਹੀ ਆ ਕਿ ਇਹ ਕਿਸੇ ਤਰੀਕੇ ਜਿਹੜਾ ਇਹ ਪੰਜਾਬ ਦੇ ਮਾਹੌਲ ਨੂੰ ਖਰਾਬ ਕੀਤਾ ਜਾਵੇ। ਔਰ ਜਿਹੜੀ ਇੱਕ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ, ਜਿਹੜੀ ਪੰਜਾਬ ਦੀ ਵਾਹਦ ਇੱਕ ਪਾਰਟੀ ਆ ਦੇਸ਼ ਦੇ ਅੰਦਰ, ਬਾਕੀ ਸਾਰੀਆਂ ਕੇਂਦਰ ਤੋਂ ਸੰਚਾਲਿਤ ਪਾਰਟੀਆਂ ਨੇ, ਪੰਜਾਬ ਦੀ ਅਗਰ ਕੋਈ ਸੋਚ ਰੱਖਦੀ ਆ, ਪੰਜਾਬੀਅਤ ਦੀ ਸੋਚ ਰੱਖਦੀ ਆ, ਤੇ ਸ਼੍ਰੋਮਣੀ ਅਕਾਲੀ ਦਲ ਆਖਰਕਾਰ ਸਾਡੇ ਪੁਰਖਿਆਂ ਦੀ ਸ਼ਹੀਦਾਂ ਦੀ ਇੱਕ ਜਥੇਬੰਦੀ ਆ। ਸੋ ਮੈਂ ਸਮਝਦਾ ਕਿ ਅੱਜ ਸਾਰੇ ਦੇ ਸਾਰੇ ਹਮਲੇ ਉਹਦੇ ਤੇ ਮਾਰਨਾ ਚਾਹੁੰਦੇ ਨੇ ਵੀ ਕਿਸੇ ਤਰੀਕੇ ਇਸ ਨੂੰ ਰੋਕਿਆ ਜਾਵੇ। ਇਸ ਮਾਨਸਿਕਤਾ ਦੇ ਤੌਰ ਦੇ ਉੱਤੇ ਪੋਲੀਟੀਕਲ ਪਾਰਟੀਆਂ ਵੱਲੋਂ ਸ਼ਰਾਰਤ ਕੀਤੀ ਗਈ ਹੈ, ਨਾ ਕਿ ਕਿਸਾਨ ਜਥੇਬੰਦੀਆਂ ਵੱਲੋਂ। ਸਿਰਸਾ ਸਾਹਿਬ, ਜਿਸ ਤਰ੍ਹਾਂ ਨਾਲ ਤੁਸੀਂ ਵੀ ਜ਼ਿਕਰ ਕੀਤਾ, ਉਸ ਤੋਂ ਪਹਿਲਾਂ ਤੁਹਾਡੀ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਜ਼ਿਕਰ ਕਰ ਚੁੱਕੇ ਨੇ ਕਿ ਜਿਹੜੇ ਇਹ ਵਰਕਰ ਨੇ ਜਾਂ ਜੋ ਇਹ ਕਿਸਾਨੀ ਝੰਡੇ ਲੈ ਕੇ ਵਿਰੋਧ ਕਰ ਰਹੇ ਨੇ, ਕਾਂਗਰਸ ਜਾਂ ਆਪ ਦੇ ਨੇ, ਪਰ ਕਿਸਾਨ ਜਥੇਬੰਦੀਆਂ ਨੇ ਕਦੇ ਵੀ ਇਹਨਾਂ ਨੂੰ ਡਿਸਕਲੋਜ਼ ਨਹੀਂ ਕੀਤਾ ਕਿ ਇਹ ਸਾਡੇ ਬੰਦੇ ਨਹੀਂ ਹੈਗੇ, ਇਹ ਸਾਡੇ ਨਾਲ ਸਾਡੀਆਂ ਜਥੇਬੰਦੀਆਂ ਦੇ ਕਾਰਕੁਨ ਨਹੀਂ ਹੈਗੇ। ਤਾਂ ਫਿਰ ਅਸੀਂ ਉਸ ਨੂੰ ਕਿਸ ਤਰ੍ਹਾਂ ਨਾਲ ਦੇਖਾਂਗੇ? ਕਿਉਂਕਿ ਜੇਕਰ ਅਸੀਂ ਇਸ ਚੀਜ਼ ਨੂੰ ਦੇਖਦੇ ਹਾਂ ਕਿ ਅਕਾਲੀ ਦਲ ਖੁਦ ਦਾਅਵਾ ਕਰਦਾ ਰਿਹਾ ਹੈ ਕਿ ਜਿਹੜੇ ਸਭ ਤੋਂ ਵੱਧ ਅੰਦੋਲਨ ਦੇ ਵਿੱਚ ਕਿਸਾਨ ਉਹਨਾਂ ਦੇ ਸ਼ਾਮਲ ਸਨ, ਇਸ ਤਰ੍ਹਾਂ ਤਾਂ ਫਿਰ ਵੱਖ-ਵੱਖ ਪਾਰਟੀਆਂ ਦੇ ਨਾਲ ਸੰਬੰਧਿਤ ਕਿਸਾਨ ਅੰਦੋਲਨ ਦੇ ਵਿੱਚ ਸ਼ਾਮਲ ਸਨ ਨਾ? ਬਿਲਕੁਲ ਸੀਗੇ, ਪਰ ਤੁਹਾਨੂੰ ਯਾਦ ਹੋਵੇ ਕਿ ਕੁਝ ਕਿਸਾਨ ਜਥੇਬੰਦੀਆਂ ਨੇ, ਮੈਂ ਖੁਦ ਸੁਣਿਆ ਜਦੋਂ ਉਹਨਾਂ ਨੇ ਬਿਆਨ ਦਿੱਤਾ ਹੈ, ਉਹਨਾਂ ਨੇ ਇਹ ਵੀ ਨਾਮ ਲੈ ਕੇ ਕਿਹਾ ਹੈ ਕਿ ਉਹਨਾਂ ਕਿਹਾ ਕਿ ਦੂਜੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਸ਼ਰਾਰਤਵਸ਼ ਜਿਹੜੇ ਆ ਲੋਕਾਂ ਨੂੰ ਝੰਡੇ ਦੇ ਕੇ ਭੇਜਦੀਆਂ, ਇਹ ਕਿਸਾਨ ਜਥੇਬੰਦੀਆਂ ਵੱਲੋਂ ਵੀ ਇਹ ਸਟੇਟਮੈਂਟ ਆਈ ਸੀਗੀ। ਫਿਰ ਮੇਰਾ ਕਹਿਣਾ ਇਹ ਆ, ਪਹਿਲਾਂ ਤਾਂ ਮੈਂ ਅਗਰ ਮੰਨ ਲਿਆ ਆਪਾਂ ਕਿਸਾਨ ਜਥੇਬੰਦੀਆਂ ਦੀ ਹੁਣ ਗੱਲ ਕਰਦੇ ਜੀ, ਕਿਆ ਕੋਈ ਕਿਸਾਨ ਜਥੇਬੰਦੀ ਇਹ ਚਾਹੇਗੀ ਕਿ ਪੰਜਾਬ ਦੇ ਅੰਦਰ ਸਾਰੀਆਂ ਪਾਰਟੀਆਂ ਦਾ ਵਿਰੋਧ ਕਰਨ ਦਾ ਫਿਰ ਮਤਲਬ ਕੀ ਰਹਿ ਗਿਆ? ਫਿਰ ਤੇ ਬੀਜੇਪੀ ਦਾ ਵਿਰੋਧ ਕਰਨ ਦਾ ਮਤਲਬ ਹੀ ਖਤਮ ਹੋ ਗਿਆ। ਫਿਰ ਬੀਜੇਪੀ ਦਾ ਵਿਰੋਧ ਨਹੀਂ ਰਹਿ ਗਿਆ, ਫਿਰ ਕਾਲੇ ਕਾਨੂੰਨਾਂ ਦਾ ਵਿਰੋਧ ਤੇ ਰਹਿ ਹੀ ਨਹੀਂ ਗਿਆ। ਫਿਰ ਤੇ ਸਿਆਸੀ ਵਿਰੋਧ ਹੋ ਗਿਆ ਕਿ ਸਾਰਿਆਂ ਦਾ ਵਿਰੋਧ ਕਰਨਾ, ਫਿਰ ਤੇ ਇਹਦਾ ਕੋਈ ਲੌਜਿਕ ਹੀ ਖਤਮ ਹੋ ਜਾਊਗਾ। ਔਰ ਬੀਜੇਪੀ ਨੂੰ ਬਹੁਤ ਵੱਡੀ ਇਹਦੇ ਨਾਲ ਰਾਹਤ ਮਿਲੂਗੀ, ਬੀਜੇਪੀ ਦੀ ਇਹਦੇ ਅੰਦਰ ਬਹੁਤ ਵੱਡੀ ਜਿੱਤ ਹੋਈ, ਕਿਉਂਕਿ ਬੀਜੇਪੀ ਨੇ ਇਹ ਕਿਹਾ ਕਿ ਕਾਨੂੰਨ ਅਸੀਂ ਲਾਗੂ ਕੀਤਾ, ਵਿਰੋਧ ਸਭ ਦਾ ਹੋ ਰਿਹਾ, ਠੀਕ ਆ ਕਰੋ, ਫਿਰ ਤੇ ਲੋੜ ਹੀ ਨਹੀਂ ਸਾਨੂੰ ਕੁਝ ਕਰਨ ਦੀ, ਅਸੀਂ ਕਾਨੂੰਨ ਕਿਉਂ ਵਾਪਸ ਕਰੀਏ? ਫਿਰ ਤਾਂ ਉਹਨਾਂ ਦੀ ਇਹੀ ਸੋਚ ਰਹੂਗੀ। ਔਰ ਮੈਨੂੰ ਨਹੀਂ ਲੱਗਦਾ, ਦੇਖੋ ਜਿਸ ਵੇਲੇ ਕਿਸਾਨੀ ਦੇ ਉੱਤੇ ਸਭ ਤੋਂ ਵੱਡੇ ਹਮਲੇ ਹੋ ਰਹੇ ਸੀ, ਉਸ ਵੇਲੇ ਅਗਰ ਕਿਸੇ ਪਾਰਟੀ ਨੇ ਸਟੈਂਡ ਲਿਆ, ਬੋਲੇ ਸਾਰੇ ਨੇ ਲੇਕਿਨ ਸਟੈਂਡ ਨਹੀਂ ਕੋਈ ਲੈ ਸਕਿਆ। ਤੁਸੀਂ ਯਾਦ ਕਰੋ, ਅਗਰ ਕਿਸੇ ਨੇ ਵਿਰੋਧ ਵਜੋਂ ਆਪਣਾ ਅਲਾਇੰਸ ਛੱਡਿਆ ਤੇ ਉਹ ਸ਼੍ਰੋਮਣੀ ਅਕਾਲੀ ਦਲ, ਵਿਰੋਧ ਵੱਲੋਂ ਆਪਣੀ ਪੋਲੀਟੀਕਲ ਪਾਰਟੀ ਦਾ ਇੰਨੇ ਸਾਲ ਦਾ ਅਲਾਇੰਸ ਦੇ ਨਾਲ ਵਜ਼ੀਰੀ ਛੱਡੀ ਤੇ ਸ਼੍ਰੋਮਣੀ ਅਕਾਲੀ ਦਲ, ਵਿਰੋਧ ਵਜੋਂ ਲੋਕ ਸਭਾ 'ਚ ਇੱਕ ਵਾਹਦ ਪਾਰਟੀ ਸੀ ਜਿਸ ਨੇ ਆਪਣਾ ਵਿਰੋਧ ਦਰਜ ਕਰਾਉਂਦਿਆਂ ਕਿਹਾ ਕਿ ਤੁਸੀਂ ਗਲਤ ਕਰ ਰਹੇ ਜੇ, ਬਾਕੀ ਤੇ ਸਾਰੇ ਵਾਕਆਊਟ ਕਰਕੇ ਚਲੇ ਗਏ ਸੀਗੇ। ਵਿਰੋਧ
ਵਿਰੋਧ ਹੁੰਦਾ ਹੈ। ਵਿਰੋਧ ਇਹ ਨਹੀਂ ਹੁੰਦਾ ਕਿ ਤੁਸੀਂ ਕੇਵਲ ਆਪਣੀ ਸਿਆਸੀ ਰੋਟੀਆਂ ਸੇਕਣ ਵਾਸਤੇ ਸਿਰਫ ਨਾਮ ਦਰਜ ਕਰਕੇ ਚਲੇ ਜਾਓ। ਇੱਥੇ ਕਾਂਗਰਸ ਵੀ ਵਿਰੋਧ ਨਹੀਂ ਕੀਤਾ। ਅਗਰ ਕਾਂਗਰਸ ਨੇ ਵਿਰੋਧ ਕੀਤਾ ਹੁੰਦਾ ਤੇ ਰਾਜ ਸਭਾ ਦੇ ਅੰਦਰ ਤੇ ਬਿਲਕੁਲ ਹੀ ਬਿੱਲ ਨਹੀਂ ਆ ਸਕਦਾ ਸੀਗਾ। ਲੋਕ ਸਭਾ ਦੇ ਅੰਦਰ ਵਿਰੋਧ ਕੀਤਾ ਹੀ ਨਹੀਂ। ਦੂਜੀ ਗੱਲ, ਅਗਰ ਕਿਸੇ ਨੇ ਲੜਾਈ ਲੜੀ ਆ, ਉਹ ਸ਼੍ਰੋਮਣੀ ਅਕਾਲੀ ਦਲ ਨੇ ਲੜਾਈ ਲੜੀ ਆ। ਅੱਜ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੁੱਖ ਸੇਵਾਦਾਰ ਹੋਣ ਦੇ ਨਾਤੇ ਜਿੰਨੀ ਲੜਾਈ ਅਸੀਂ ਲੜੀ, ਦੱਸੋ ਕੋਈ ਦੂਜੇ ਬੰਦੇ ਨੇ ਲੜਾਈ ਲੜੀ? ਜੇ ਯੂਪੀ 'ਚ ਦਿੱਕਤ ਆਈ, ਰਾਜਸਥਾਨ 'ਚ ਦਿੱਕਤ ਆਈ, ਮੈਂ ਮਾਫ ਕਰਨਾ ਤੈਨੂੰ ਇੱਕ ਗੱਲ ਕਹਿਣ ਲੱਗਾ ਹਾਂ, ਮੈਂ ਕਿਸਾਨ ਜਥੇਬੰਦੀਆਂ ਨੂੰ ਹੱਥ ਬੰਨ੍ਹ ਕੇ ਗੱਲ ਜ਼ਰੂਰ ਕਹਿਣ ਲੱਗਾ। ਸੱਚੀ ਗੱਲ ਤੇ ਇਹ ਆ, ਲੋਕ ਹੁਣ ਸਾਨੂੰ ਹੀ ਤਾਨੇ ਮਾਰਦੇ ਆ, ਤੰਜ ਕੱਸਦੇ ਸਾਡੇ ਤੇ। ਔਰ ਮੈਨੂੰ ਬਾਈ ਫੋਨ ਕਰਕੇ ਲੋਕਾਂ ਤੰਜ ਕੱਸੇ ਨੇ ਕਿ ਆਹ ਤੁਸੀਂ ਕੰਮ ਕਰ ਰਹੇ ਸੀਗੇ, ਹੁਣ ਤੁਹਾਡੇ ਨਾਲ ਖਲੋ ਗਏ ਲੋਕ। ਇੱਕ ਮੈਸੇਜ ਇਹ ਦੇਣ ਦੀ ਕੋਸ਼ਿਸ਼ ਉਹਨਾਂ ਵੱਲੋਂ ਕੀਤੀ ਜਾ ਰਹੀ ਆ ਵੀ ਇਹ ਲੋਕ ਕਾਲੇ ਕਾਨੂੰਨਾਂ ਦਾ ਵਿਰੋਧ ਕਰਨ ਨਹੀਂ ਆਏ, ਇਹ ਤੇ ਜੀ ਬਸ ਤੁਹਾਡਾ ਵਿਰੋਧ ਕਰਨ ਨੂੰ ਦੂਜੀ ਪਾਰਟੀ ਦਾ, ਤੀਜੀ ਪਾਰਟੀ ਦਾ ਸਿਆਸੀ ਸੋਚ ਲੈ ਕੇ ਆਏ ਨੇ। ਇਹ ਤੰਜ ਕੱਸੇ ਜਾ ਰਹੇ ਨੇ ਇੱਕ ਦੂਜੇ ਵੱਲੋਂ। ਸੋ ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹੁੰਦਾ ਕਿ ਜਦੋਂ ਲੜਾਈ ਲੜਨ ਦੀ ਵਾਰੀ ਸੀਗੀ, ਅਸੀਂ ਡਟ ਕੇ ਖੜੇ ਹੋਏ ਹਾਂ। ਮੈਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਪ੍ਰਧਾਨ ਹਾਂ। ਐਡੀ ਲੜਾਈ ਹੋਈ ਦਿੱਲੀ ਦੇ ਅੰਦਰ, ਦਿੱਲੀ ਦੇ ਲੋਕਾਂ ਤੋਂ ਮੋਬਿਲਾਈਜ਼ ਕਰਕੇ ਬਾਰਡਰਾਂ ਤੇ ਲੈ ਕੇ ਜਾਣਾ, ਉੱਥੇ ਲੰਗਰਾਂ ਦੀ ਸੇਵਾ ਚਲਾਉਣੀ, ਉੱਥੇ ਨਾਈਟ ਸ਼ੈਲਟਰ ਬਣਾ ਕੇ ਜਿਹੜੀ ਵੀ ਲੜਾਈ ਸੀ ਸਰਕਾਰ ਦੇ ਖਿਲਾਫ ਖੜੀ ਹੋ ਕੇ ਅਗਰ ਕਿਸੇ ਨੇ ਲੜਾਈ ਲੜੀ, ਸਟੇਟਮੈਂਟਾਂ ਬਹੁਤ ਆਈਆਂ। ਕੈਪਟਨ ਅਮਰਿੰਦਰ ਸਿੰਘ ਜੀ ਨੇ ਕਿਹਾ ਮੈਂ ਇੰਨੇ ਵਕੀਲਾਂ ਦਾ ਪੈਨਲ ਬਣਾ ਦਿੱਤਾ, ਆਮ ਆਦਮੀ ਨੇ ਕਿਹਾ ਅਸੀਂ ਇੰਨਿਆਂ ਦਾ ਕਰਤਾ, ਲੇਕਿਨ ਕੀਤਾ ਕੋਈ ਨਹੀਂ। ਜਿੱਦਣ 26 ਜਨਵਰੀ ਨੂੰ ਵੀ ਲੜਾਈ ਲੜੀ ਆ, ਉਹ ਵੀ ਲੜਾਈ ਅਸੀਂ ਲੜੀ ਆ, ਕਿਸੇ ਨੇ ਨਹੀਂ ਲੜੀ। ਔਰ ਦੇਖੋ ਤੁਸੀਂ ਅੱਜ ਆਪਾਂ ਨੂੰ, ਮੈਂ ਸਾਰੇ ਕਿਸਾਨ ਵੀਰਾਂ ਦੇ ਚਰਨਾਂ 'ਚ ਹੱਥ ਬੰਨ੍ਹ ਕੇ ਬੇਨਤੀ ਕਰਨਾ ਚਾਹੁੰਦਾ ਕਿ ਦੇਖੋ ਤੁਸੀਂ ਥੋੜਾ ਜਿਹਾ ਆਪਣੇ ਆਪ ਨੂੰ ਇਹ ਜ਼ਰੂਰ ਸੋਚੋ ਕਿ ਅਸੀਂ ਕਿੱਥੇ ਖੜੇ ਹਾਂ। ਫਿਰ ਜਿਨ੍ਹਾਂ ਨੇ ਲੜਾਈ ਲੜੀ, ਜੇਕਰ ਉਹਨਾਂ ਦੇ ਨਾਲ ਦੀ ਲੜਾਈ ਪਾਉਣੀ ਆ, ਫਿਰ ਲੋਕ ਆਪਾਂ ਨੂੰ ਕਹਿਣਗੇ ਕੀ? ਜਿੱਦਣ ਲੋਕ ਜੇਲ੍ਹਾਂ 'ਚ ਬੰਦ ਕੀਤੇ ਜਾ ਰਹੇ ਸੀ, ਸਾਰ ਸਾਹਿਬ ਕੋਈ ਨਹੀਂ ਖੜਾ ਹੈ। ਬਾਜਵਾ ਸਾਹਿਬ, ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ, ਅੱਜ ਮੈਂ ਇਸ ਟੀਵੀ ਚੈਨਲ ਤੇ ਨਾਮ ਲੈ ਕੇ ਕਹਿਣ ਲੱਗਾ, ਉਸ ਦਿਨ ਵੱਡੇ ਵਕੀਲ ਜਿਹੜੇ ਸੀ ਛੱਡ ਕੇ ਭੱਜ ਗਏ, ਕਿਸੇ ਨੇ ਸਟੈਂਡ ਨਹੀਂ ਲਿਆ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਸਟੈਂਡ ਕਿਉਂ ਲਿਆ? ਕਿਉਂਕਿ ਸਾਡੇ ਪਿੱਛੇ ਪੋਲੀਟੀਕਲ ਪਾਰਟੀਆਂ ਤੇ ਸ਼੍ਰੋਮਣੀ ਅਕਾਲੀ ਦਲ ਖੜੀ ਸੀ। ਮੈਂ ਜਦੋਂ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਗੱਲ ਕੀਤੀ ਕਿ ਜੀ ਇਸ ਤਰੀਕੇ ਦੇ ਹਾਲਾਤ ਬਣ ਗਏ ਨੇ, ਹੁਣ ਇਹ ਤੇ ਜੇਲ੍ਹਾਂ 'ਚ ਪਾਉਣਗੇ ਔਰ ਹੁਣ ਸਾਡੇ ਦਿੱਲੀ ਦੇ ਲੋਕਾਂ ਤੇ ਹਮਲਾ ਕਰਨਗੇ, ਉਹਨਾਂ ਨੇ ਉੱਥੋਂ ਬਿਆਨ ਦਿੱਤਾ ਦਿੱਲੀ ਚੰਡੀਗੜ੍ਹੋਂ। ਪਹਿਲਾ ਬਿਆਨ ਤੁਸੀਂ ਯਾਦ ਕਰ ਲਓ, ਕੋਈ 26 ਜਨਵਰੀ ਦੇ ਹੱਕ 'ਚ ਨਹੀਂ ਬੋਲਦਾ ਪਿਆ ਸੀਗਾ। ਪਹਿਲਾ ਬਿਆਨ ਦਿੱਤਾ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ, ਫਿਰ ਸਰਦਾਰ ਹਰਸਿਮਰਤ ਕੌਰ ਬਾਦਲ ਨੇ ਦਿੱਤਾ ਲੋਕ ਸਭਾ ਦੇ ਅੰਦਰ ਇਸ ਗੱਲ ਦਾ ਬਿਆਨ ਕਿ ਤੁਸੀਂ ਲਾਲ ਕਿਲ੍ਹੇ ਨਾਮ ਤੇ ਸਾਨੂੰ ਬਦਨਾਮ ਕਰਦੇ ਜੇ। ਜਦੋਂ ਜ਼ਮਾਨਤਾਂ ਦੀ ਵਾਰੀ ਆਈ, ਸਰ ਸਾਹਿਬ ਬਾਜਵਾ ਜੀ ਤੁਸੀਂ ਜਾਣਦੇ ਅਸੀਂ ਇੱਕ ਪਾਰਟੀ ਦੇ ਨਾਲ ਸੰਬੰਧ ਰੱਖਦੇ ਹਾਂ, ਕਿਆ ਅਸੀਂ ਇਸ ਗੱਲ ਦੀ ਪਰਵਾਹ ਕੀਤੀ? ਦਿੱਲੀ ਵਰਗੇ ਸ਼ਹਿਰ ਦੇ ਅੰਦਰ ਜਿੱਥੇ ਬੀਜੇਪੀ ਦੀ ਸੱਤਾ ਹੋਵੇ, ਐਡੀ ਵੱਡੀ ਲੜਾਈ ਲੜ ਲੈਣੀ ਕਿਉਂ ਲੜ ਪਾਏ? ਕਿਉਂਕਿ ਪੰਜਾਬ ਦੇ ਲੋਕ, ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ, ਦੇਸ਼ ਭਰ ਦੇ ਸਿੱਖ ਸਾਡੇ ਨਾਲ ਖੜੇ ਸੀ। ਉਹ ਲੜਾਈ ਅਸੀਂ ਤਾਂ ਹੀ ਲੜ ਪਾਏ। ਤੇ ਜੇ ਅਸੀਂ ਆਪਸ ਹੀ ਭਰਾ ਮਾਰੂ ਜੰਗ ਸ਼ੁਰੂ ਕਰ ਦੇਵਾਂਗੇ, ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ ਜੀ, ਇਸ ਗੱਲ ਦਾ ਲੱਖਾ ਸਡਾਣਾ ਜੀ ਵੀ ਬਾਈ ਜ਼ਰੂਰ ਇਸ ਗੱਲ ਨੂੰ ਐਡਮਿਟ ਕਰਨਗੇ। ਜਦੋਂ ਉਹਨਾਂ ਦੇ ਭਰਾ ਦਾ ਇਸ਼ੂ ਬਣਿਆ, ਉਹਨਾਂ ਨੇ ਮੇਰੇ ਨਾਲ ਗੱਲ ਕੀਤੀ, ਮੈਂ ਉਹਨਾਂ ਨੂੰ ਕਿਹਾ ਕਿ ਦੇਖੋ ਤੁਹਾਡੇ ਸਿਆਸੀ ਲੜਾਈਆਂ ਹੈਗੀਆਂ ਨੇ, ਇੱਕ ਦੂਜੇ ਨਾਲ ਰਹਿਣਗੀਆਂ, ਉਹ ਦੇਖੋ ਅਸੀਂ ਉਹਦੇ 'ਚ ਨਹੀਂ ਜਾਣਾ ਚਾਹੁੰਦੇ, ਪਰ ਅਸੀਂ ਤੁਹਾਨੂੰ ਇੱਕ ਗੱਲ ਵਿਸ਼ਵਾਸ ਦਿਵਾਉਂਦੇ ਹਾਂ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੁਹਾਡੇ ਨਾਲ ਡਟ ਕੇ ਖੜੀ ਰਹੂਗੀ। ਇੱਕ ਗੱਲ। ਦੂਜੀ ਗੱਲ, ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਮੇਰੇ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਥੋੜੇ ਦੇਰ ਪਹਿਲਾਂ ਗੱਲ ਰਹੀ ਆ, ਉਹਨਾਂ ਨੇ ਮੈਨੂੰ ਇਹ ਗੱਲ ਕਹੀ ਆ ਬਈ ਦੇਖੋ ਸਾਡੇ ਵਿਰੋਧ ਨੇ, ਆਪਸ 'ਚ ਸਾਨੂੰ ਵਿਰੋਧ ਕਰਦੇ ਨੇ, ਉਹ ਗੱਲਾਂ ਵੱਖਰੀਆਂ ਨੇ, ਉਹ ਰਹਿਣਗੇ, ਲੇਕਿਨ ਜੇ ਪੰਜਾਬ ਦੀ ਗੱਲ ਆਉਂਦੀ ਆ ਤੇ ਜੇ ਲੱਖੇ ਸਰਾਣ ਤੇ ਕੋਈ ਵੀ ਵਿਪਤਾ ਆਉਂਦੀ ਆ, ਕਿਸੇ ਤਰੀਕੇ ਦੇ ਅਸੀਂ ਡਟ ਕੇ ਉਹਦੇ ਨਾਲ ਖੜੇ ਆ। ਇੱਕ ਵਾਰਾਂ ਵੀ ਪਾਰਟੀ ਨੇ ਇਹ ਨਹੀਂ ਕਿਹਾ ਕਿ ਤੁਸੀਂ ਇਹਨਾਂ ਦੀ ਸਪੋਰਟ ਨਹੀਂ ਕਰਨੀ। ਬਕਾਇਦਾ ਮੈਂ ਹੁਣ ਬਹੁਤੇ ਲੋਕਾਂ ਦੇ ਨਾਮ, ਮੈਂ ਇਸ ਤੋਂ ਬਾਅਦ ਤੁਸੀਂ ਗੱਲ ਕਰ ਲਓ ਸਿੱਧੂ ਸਾਹਿਬ ਦੀ, ਦੀਪ ਸਿੱਧੂ ਦੀ, ਉਹਦਾ ਮਸਲਾ ਆਇਆ, ਮੈਂ ਬਹੁਤ ਜਾਨੀ ਚੀਜ਼ਾਂ ਡਿਸਕਲੋਜ਼ ਨਹੀਂ ਕਰਦਾ, ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ, ਜ਼ਰੂਰ ਇਹਨਾਂ ਲੋਕਾਂ ਤੋਂ ਤੁਸੀਂ ਇਹ ਗੱਲ ਪੁੱਛਿਓ ਜੇ ਕਿ ਕਿਆ ਕਿਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਲੜਾਈ 'ਚ ਕਸਰ ਛੱਡੀ? ਔਰ ਜੇਕਰ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਲੜਾਈ ਲੜ ਰਹੀ ਸੀ, ਐ ਨਹੀਂ ਹੈਗਾ ਕਿ ਅਸੀਂ ਆਪਣੀ ਲੀਡਰਸ਼ਿਪ ਦੀ ਜਾਣਕਾਰੀ ਤੋਂ ਬਿਨਾਂ ਜਾਂ ਉਹਨਾਂ ਦੇ ਕਹਿਣ ਤੋਂ ਬਿਨਾਂ ਲੜਾਈ ਲੜ ਰਹੇ ਸੀਗੇ। ਸਾਡੀ ਲੀਡਰਸ਼ਿਪ ਸਾਡੇ ਪਿੱਛੇ ਖੜੀ ਸੀ। ਸਰਦਾਰ ਸੁਖਬੀਰ ਸਿੰਘ ਬਾਦਲ ਰਾਤ ਨੂੰ ਇਹ ਜਾਣਕਾਰੀ ਲਿਆ ਕਰਦੇ ਸੀ। ਹੁਣ ਕੀ ਹੋਇਆ, ਕੇਸਾਂ ਦਾ ਕਿਉਂ, ਮੈਂ ਡਿਟੇਲ 'ਚ ਨਹੀਂ ਜਾਣਾ ਚਾਹੁੰਦਾ ਕਿਉਂਕਿ ਉਹਦੇ ਨਾਲ ਕੇਸਾਂ ਦਾ ਵੀ ਨੁਕਸਾਨ ਹੋ ਸਕਦਾ, ਪਰ ਮੈਂ ਸਮਝਦਾ ਕਿ ਤੁਹਾਨੂੰ ਖੁਦ ਦੱਸਣਗੇ। ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ, ਭਾਵੇਂ ਬਾਈ ਲੱਖਾ ਸਡਾਣਾ ਹੋਵੇ, ਭਾਵੇਂ ਦੀਪ ਸਿੱਧੂ ਹੋਵੇ, ਕਿ ਇਹ ਲੜਾਈ ਜਿਹੜੀ ਆ ਤੁਹਾਨੂੰ ਵੀ ਸਗੋਂ ਗੱਲ ਕਹਿਣੀ ਚਾਹੀਦੀ ਆ ਕਿ ਸਿਆਸੀ ਲੜਾਈਆਂ ਸਾਡੀਆਂ ਰਹਿਣਗੀਆਂ, ਲੇਕਿਨ ਆਪਾਂ ਪਾਰਟੀਆਂ ਦੇ ਖਿਲਾਫ ਬੀਜੇਪੀ ਨੂੰ ਛੱਡ ਕੇ ਬਾਕੀਆਂ ਦੇ ਮੋਰਚੇ ਖੋਲ ਕੇ ਆਪਸੀ ਲੜਾਈ ਘਰ 'ਚ ਲੜੀਏ, ਇਹ ਕੋਈ ਸਿਆਣੀ ਗੱਲ ਨਹੀਂ ਹੈਗੀ। ਇਹਦੇ ਨਾਲ ਸਾਰਿਆਂ ਦਾ ਨੁਕਸਾਨ ਹੋਊਗਾ ਔਰ ਕਿਸਾਨੀ ਸੰਘਰਸ਼ ਜਿਹੜਾ ਉਹ ਫਿੱਕਾ ਪਊਗਾ। ਅੱਜ ਕਿੱਡੀ ਵੱਡੀ ਜਿੱਤ ਹੋਈ ਆ ਅੱਜ ਕਿਸਾਨੀ ਸੰਘਰਸ਼ ਦੀ, ਉੱਥੇ ਕਿਉਂ ਹੋਈ ਆ? ਕਿਉਂਕਿ ਆਪਾਂ ਇੱਕ ਫੋਕਸ ਲੈ ਕੇ ਚੱਲਦੇ ਪਏ ਹਾਂ ਕਿਸਾਨੀ ਦੀ ਲੜਾਈ ਨੂੰ। ਸੋ ਮੈਂ ਤੁਹਾਨੂੰ ਇਹ ਗੱਲ ਜ਼ਰੂਰ ਕਹਿਣਾ ਚਾਹੁੰਦਾ ਹੈ ਕਿ ਅਸੀਂ ਜਿੰਨੀ ਵੀ ਲੜਾਈ ਲੜੀ ਆ ਨਾ, ਉਹ ਆਪਣੇ ਭਰਾਵਾਂ ਪਿੱਛੇ ਲੜੀ ਆ। ਮੈਨੂੰ ਨਹੀਂ ਕਦੀ ਵੀ ਇਸ ਤਰ੍ਹਾਂ ਦੀ 1% ਵੀ ਮੈਨੂੰ ਉਮੀਦ ਨਹੀਂ ਕਿ ਕੋਈ ਵੀ ਐਸਾ ਕੰਮ ਕਰੂਗਾ ਜਿਹਦੇ ਨਾਲ ਸਾਡੀ ਭਰਾ ਮਾਰੋ ਜੰਗ ਹੋਵੇ। ਆਪਸ ਅੰਦਰ ਅਸੀਂ ਘਰ 'ਚ ਲੜੀਏ ਔਰ ਲੋਕ ਸਾਡਾ ਤਮਾਸ਼ਾ ਦੇਖਣ। ਔਰ ਮੈਂ
ਹੱਥ ਬੰਨ੍ਹ ਕੇ ਜਿੱਥੇ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਕਰਦਾ ਹੈ, ਆਪਾਂ ਐਸਾ ਕੋਈ ਕੰਮ ਨਾ ਕਰੀਏ। ਕੋਈ ਗੱਲਬਾਤ ਕਰਨੀ ਹੈ ਜਦੋਂ ਕਹਿਣਗੇ ਪਾਰਟੀ ਹਾਈ ਕਮਾਂਡ, ਜਿਹਨੂੰ ਕਹਿਣਗੇ ਬਹਿ ਕੇ ਗੱਲ ਕਰਨ, ਕੌਣ ਮਨਾ ਕਰਦਾ ਗੱਲ ਕਰਨ ਤੋਂ। ਲੇਕਿਨ ਆਪਾਂ ਆਪਸ ਅੰਦਰ ਟਕਰਾਵ ਲੈ ਕੇ ਆਈਏ ਜਿਹਦਾ ਲਾਭ ਦੂਜੀਆਂ ਪਾਰਟੀ ਨੂੰ ਮਿਲੇ, ਮੈਨੂੰ ਲੱਗਦਾ ਇਹ ਗੱਲ ਠੀਕ ਨਹੀਂ ਹੈਗੀ। ਜਿੱਥੇ ਮੈਂ ਉਹਨਾਂ ਨੂੰ ਕਹੂੰਗਾ, ਮੈਂ ਉੱਥੇ ਉਹਨਾਂ ਵੀਰਾਂ ਨੂੰ ਵੀ ਕਹਿਣਾ ਚਾਹੁੰਦਾ ਜਿਨ੍ਹਾਂ ਨੇ ਸਾਨੂੰ ਇੱਥੇ ਲੜਾਈ ਲੜਦਿਆਂ ਦੇਖਿਆ ਦਿੱਲੀ ਅੰਦਰ, ਭਾਵੇਂ ਉਹ ਮੈਂ ਅੱਗੇ ਜਿਵੇਂ ਕਿਹਾ ਬਾਈ ਲੱਖਾ ਸਡਾਣਾ ਜੀ ਹੋਣ ਜਾਂ ਬਾਈ ਦੀਪ ਸਿੱਧੂ ਹੋਣ ਜਾਂ ਮੇਰੇ ਵੀਰ ਹੋਰ ਜਿਹੜੇ ਕਿਸਾਨ ਸੰਘਰਸ਼ ਜੇਲ੍ਹਾਂ ਸੀਗੇ, ਜੇ ਉਹਨਾਂ ਨੂੰ ਲੱਗਦਾ ਕਿ ਸਾਡੀ ਲੜਾਈ 'ਚ ਕਿਤੇ ਕਮੀ ਰਹੀ ਹੈ ਤਾਂ ਜ਼ਰੂਰ ਦੱਸਣ। ਨਹੀਂ ਤੇ ਫਿਰ ਉਹ ਵੀ ਅਪੀਲ ਕਰਨ ਲੋਕਾਂ ਨੂੰ ਕਿ ਆਪਾਂ ਆਪਸ 'ਚ ਘਰ 'ਚ ਨਾ ਲੜੀਏ, ਤਾਕਤ ਆਪਾਂ ਆਪਣੀ ਨੂੰ ਕਮਜ਼ੋਰ ਨਾ ਕਰੀਏ। ਸਾਡੀ ਲੜਾਈ ਕਾਲੇ ਕਾਨੂੰਨਾਂ ਦੇ ਖਿਲਾਫ ਔਰ ਕੇਂਦਰ ਸਰਕਾਰ ਦੇ ਖਿਲਾਫ ਆ, ਨਾ ਕਿ ਘਰ 'ਚ ਲੜਾਈ ਪਾ ਕੇ ਆਪਣਾ ਲੋਕਾਂ ਦੇ ਸਾਹਮਣੇ ਮਜ਼ਾਕ ਨਾ ਉਡਾਈਏ। ਸਿਰਸਾ ਸਾਹਿਬ, ਜਿਸ ਤਰ੍ਹਾਂ ਨਾਲ ਤੁਸੀਂ ਸਾਰੀ ਗੱਲ ਨੂੰ ਐਕਸਪਲੇਨ ਕੀਤਾ ਆ, ਜਿਹੜੀ ਗੱਲਬਾਤ ਹੋਈ ਜਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਸ ਤਰ੍ਹਾਂ ਨਾਲ ਕੀਤਾ ਗਿਆ ਉਸ ਸਮੇਂ ਕੇਸਾਂ ਦੀ ਸੁਣਵਾਈ ਨੂੰ ਲੈ ਕੇ ਸਾਰੀਆਂ ਚੀਜ਼ਾਂ ਕੀਤੀਆਂ ਗਈਆਂ, ਪਰ ਸਿਰਸਾ ਸਾਹਿਬ ਜਦੋਂ ਵੀ ਗੱਲ ਆਉਂਦੀ ਹੈ ਖਾਸ ਕਰਕੇ ਅਕਾਲੀ ਦਲ ਦੇ ਉੱਤੇ ਜਦੋਂ ਵੀ ਇਸ ਮਸਲੇ ਤੇ ਖਾਸ ਕਰ ਖੇਤੀ ਕਾਨੂੰਨਾਂ ਨਾਲ ਲੈ ਕੇ ਜਿਹੜੀ ਸੰਬੰਧਿਤ ਗੱਲ ਆਉਂਦੀ ਹੈ ਕਿ ਜਿਹੜੀਆਂ ਪੁਰਾਣੀਆਂ ਗੱਲਾਂ ਸੀਗੀਆਂ, ਚਾਹੇ ਉਸ ਤੋਂ ਪਹਿਲਾਂ ਜਿਹੜੀਆਂ ਸਟੇਟਮੈਂਟਸ ਅਕਾਲੀ ਦਲ ਵੱਲੋਂ ਜਾਰੀ ਕੀਤੀਆਂ ਗਈਆਂ ਖੇਤੀ ਕਾਨੂੰਨਾਂ ਦੇ ਹੱਕ ਦੇ ਵਿੱਚ, ਜਾਂ ਉਸ ਨੂੰ ਲੈ ਕੇ ਵੀ ਇੱਕ ਐਂਗਰ ਹੈ, ਜਿਹੜਾ ਇੱਕ ਗੁੱਸਾ ਜਿਹੜਾ ਉਹ ਪੰਜਾਬ ਦੇ ਹੇਠਲੇ ਪੱਧਰ ਤੇ ਹੈਗਾ। ਦੂਜੀ ਗੱਲ ਇਹ ਹੈ ਕਿ ਇੰਨੀ ਛੇਤੀ ਜਿਹੜੀ ਚੋਣ ਮੁਹਿੰਮ ਦਾ ਆਗਾਜ਼ ਕਰਨਾ, ਉਸ ਦੇ ਉੱਤੇ ਵੀ ਜਿਹੜੇ ਵਿਰੋਧੀ ਨੇ ਤੇ ਖਾਸ ਕਰਕੇ ਜਿਹੜਾ ਥੱਲੜਲਾ ਤਬਕਾ ਹੈ, ਜਿਹੜੇ ਆਮ ਲੋਕ ਨੇ, ਉਹ ਸਵਾਲੀਆ ਚਿੰਨ੍ਹ ਖੜੇ ਕਰ ਰਹੇ ਨੇ ਕਿ ਇਹ ਕਿਸੇ ਮਨਸ਼ਾ ਤਹਿਤ ਕੀਤਾ ਜਾ ਰਿਹਾ ਹੈ। ਤਾਂ ਇਸ ਨੂੰ ਤੁਸੀਂ ਕਿਸ ਤਰ੍ਹਾਂ ਨਾਲ ਦੇਖਦੇ ਹੋ? ਕਿਉਂਕਿ ਬਹੁਤ ਵੱਡਾ ਸਵਾਲ ਹੈ ਕਿ ਕਿਸੇ ਮਨਸ਼ਾ ਨਾਲ ਕੀਤੀ ਜਾ ਰਹੀ ਹੈ, ਕਿਉਂਕਿ ਹਜੇ ਚੋਣਾਂ ਦੇ ਵਿੱਚ ਬਹੁਤ ਲੰਬਾ ਸਮਾਂ ਪਿਆ ਹੈ। ਭਾਈ ਸਾਹਿਬ, ਇੱਕ ਸਿਆਸੀ ਪਾਰਟੀ ਦੀ ਇਸ ਤੋਂ ਇਲਾਵਾ ਮਨਸ਼ਾ ਕੀ ਹੋ ਸਕਦੀ ਹੈ ਕਿ ਉਹਨੂੰ ਸੇਵਾ ਦਾ ਮੌਕਾ ਮਿਲੇ? ਹੁਣ ਇਹ ਤੇ ਸ਼ਰਾਰਤ ਹੋ ਗਈ ਨਾ। ਕੋਈ ਵੀ ਪੋਲੀਟੀਕਲ ਪਾਰਟੀ ਜਿਹੜੀ ਆ, ਮੈਂ 2017 ਦੀਆਂ ਜਦੋਂ ਚੋਣਾਂ ਸੀ ਉਸ ਵੇਲੇ ਮੈਂ ਪੰਜਾਬ ਦੇ ਅੰਦਰ ਹੀ ਸੀਗਾ, ਉਦੋਂ ਵੀ 8 ਮਹੀਨੇ ਪਹਿਲਾਂ ਸ਼ੁਰੂ ਕੀਤਾ ਸੀਗਾ। ਸਾਰੇ ਕੱਢ ਕੇ ਦੇਖ ਲਓ ਰਿਕਾਰਡ। ਕਿਆ ਕਾਂਗਰਸ ਨੇ ਆਪਣੀ ਕੰਪੇਨ ਸ਼ੁਰੂ ਕੀਤੀ? ਉਹ ਲੋਕਾਂ 'ਚ ਨਹੀਂ ਜਾ ਪਾ ਰਹੇ, ਗੱਲ ਵੱਖਰੀ ਆ। ਕਿ ਅਰਵਿੰਦ ਕੇਜਰੀਵਾਲ ਉੱਥੇ ਅੰਮ੍ਰਿਤਸਰ ਤੋਂ ਉੱਤਰ ਕੇ ਕੰਪੇਨ ਕਰਨ ਨਹੀਂ ਆਏ? ਉਹਨਾਂ ਦਾ ਵਿਰੋਧ ਕਿਉਂ ਨਹੀਂ ਕੀਤਾ ਗਿਆ? ਇਹਦਾ ਮਤਲਬ ਸ਼ਰਾਰਤ ਹੋ ਰਹੀ ਆ ਨਾ। ਔਰ ਕਿਆ ਕਿਸੇ ਪੋਲੀਟੀਕਲ ਪਾਰਟੀ ਨੂੰ ਲੋਕਾਂ 'ਚ ਆ ਕੇ ਜਾ ਕੇ ਆਪਣਾ ਏਜੰਡਾ ਦੱਸਣ ਦਾ ਰਾਈਟ ਨਹੀਂ ਹੈਗਾ? ਬਈ ਕੋਈ ਕਿਸਾਨੀ ਦੇ ਖਿਲਾਫ ਬੋਲਿਆ ਜਾ ਰਿਹਾ ਹੋਵੇ, ਕੋਈ ਕਿਸਾਨੀ ਦੀ ਗੱਲ ਕੀਤੀ ਜਾ ਰਹੀ ਹੋਵੇ, ਸਗੋਂ ਮੈਂ ਤਾਂ ਕਹਿੰਦਾ ਕਿ ਕਿਸਾਨ ਜਥੇਬੰਦੀਆਂ ਨੂੰ ਤੇ ਵੈਲਕਮ ਕਰਨਾ ਚਾਹੀਦਾ ਕਿ ਇੱਕ ਮੋਬਿਲਾਈਜ਼ ਕੀਤਾ ਜਾ ਰਿਹਾ। ਕਿਸਾਨਾਂ ਦੀ ਜਥੇਬੰਦੀ ਸਭ ਨੂੰ ਨਾਲ ਮੋਬਿਲਾਈਜ਼ ਕਰਦੀ ਪਈ ਆ। ਇਹਦੇ ਨਾਲ ਕਿਸਾਨੀ ਦਾ ਨੁਕਸਾਨ ਕਿੱਥੋਂ ਹੋਇਆ? ਮੈਨੂੰ ਕੋਈ ਗੱਲ ਸਮਝਾ ਦੇਵੇ। ਇਹਦਾ ਮਤਲਬ ਹੋ ਗਿਆ ਕਿ ਫਿਰ ਜਿਹੜੇ ਲੋਕ ਇਹ ਸ਼ਰਾਰਤ ਕਰਦੇ ਪਏ, ਉਹਨਾਂ ਦਾ ਮਕਸਦ ਇਹ ਆ ਕਿ ਸ਼੍ਰੋਮਣੀ ਅਕਾਲੀ ਦਲ ਸੱਤਾ 'ਚ ਨਾ ਆਵੇ। ਉਹਨਾਂ ਦਾ ਮਤਲਬ ਇਹ ਕਿ ਉਹ ਕਿਸੇ ਇੱਕ ਪੋਲੀਟੀਕਲ ਪਾਰਟੀ ਦਾ ਲਾਭ ਦੇਣਾ ਚਾਹੁੰਦੇ ਨੇ ਕਿਸੇ ਪਾਰਟੀ ਨੂੰ। ਉਹ ਇਹਦਾ ਮਤਲਬ ਹੈ ਕਿ ਉਹ ਚਾਹੁੰਦੇ ਨੇ ਕਿ ਜਾਂ ਕਾਂਗਰਸ ਦਾ ਲਾਭ ਹੋਵੇ ਜਾਂ ਆਮ ਆਦਮੀ ਪਾਰਟੀ ਦਾ ਲਾਭ ਹੋਵੇ ਇਹਦੇ ਨਾਲ। ਇਹਦਾ ਮਤਲਬ ਤੇ ਬੜਾ ਫਿਰ ਸਪਸ਼ਟ ਹੀ ਨਿਕਲਦਾ ਕਿ ਉਹਨਾਂ ਦੀ ਸੋਚ ਹੀ ਹੈਗੀ। ਤਾਂ ਸਿਰਸਾ ਸਾਹਿਬ, ਜਿਹੜਾ ਦੂਜਾ ਸਵਾਲ ਸੀਗਾ ਕਿ ਪਹਿਲੇ ਸਵਾਲ ਤੋਂ ਜਿਹੜਾ ਸਵਾਲ ਸੀਗਾ ਵੀ ਕਿ ਜਿਹੜੀ ਪਹਿਲਾਂ ਵਾਲਾ ਸਾਰਾ ਮਸਲਾ ਸੀ, ਪੁਰਾਣੀਆਂ ਗੱਲਾਂ ਨੂੰ ਲੈ ਕੇ ਜਿਹੜਾ ਗੁੱਸਾ ਹੈ, ਉਹ ਵੀ ਕਿਤੇ ਇਸ ਦਾ ਕਾਰਨ ਤਾਂ ਨਹੀਂ ਬਣ ਰਿਹਾ, ਕਿਉਂਕਿ ਅਕਾਲੀ ਦਲ ਹੀ ਨਿਸ਼ਾਨੇ ਤੇ ਹੈ। ਮਾਫ ਕਰਨਾ, ਤੁਸੀਂ ਕਿਹਾ ਕਿ ਅਰਵਿੰਦ ਕੇਜਰੀਵਾਲ ਦਾ ਵਿਰੋਧ ਨਹੀਂ ਹੋਇਆ, ਉਹਨਾਂ ਦਾ ਵੀ ਵਿਰੋਧ ਰਿਪੋਰਟ ਹੋਇਆ ਬਕਾਇਦਗੀ ਨਾਲ। ਗੁਰਦਾਸਪੁਰ ਆਏ ਜਿੱਦਣ ਉਹ ਸੇਵਾ ਸਿੰਘ ਸੇਖਵਾਂ ਨੂੰ ਸ਼ਾਮਲ ਕਰਾਉਣ ਦੇ ਲਈ ਪਾਰਟੀ ਵਿੱਚ, ਉਹਨਾਂ ਦਾ ਵੀ ਵਿਰੋਧ ਹੋਇਆ। ਹਾਲਾਂਕਿ ਉੱਥੇ ਇੱਦਾਂ ਦੇ ਹਾਲਾਤ ਨਹੀਂ ਬਣੇ ਜਿੱਦਾਂ ਦੇ ਮੋਗੇ ਜਾਂ ਕਿਤੇ ਸਾਹਨੇਵਾਲ ਕਹਿ ਸਕਦੇ ਆ ਬਣੇ ਆ। ਤਾਂ ਉਸ ਤੋਂ ਬਾਅਦ ਜਿਹੜਾ ਮੇਰਾ ਸਵਾਲ ਸੀਗਾ ਕਿ ਲਗਾਤਾਰ ਵਿਰੋਧ ਵੀ ਹੋ ਰਿਹਾ ਤੇ ਉਹਦੇ ਵਿਚਲੇ ਜਿਹੜਾ ਕਾਰਨ ਮੰਨੇ ਜਾ ਰਹੇ ਨੇ ਕਿ ਉਹਨਾਂ ਵਿੱਚ ਇਹ ਹੈ ਕਿ ਜਿਹੜੀ ਅਕਾਲੀ ਦਲ ਦਾ ਪਹਿਲਾ ਸਟੈਂਡ ਸੀਗਾ ਉਸ ਸਮੇਂ ਜਦੋਂ ਆਰਡੀਨੈਂਸ ਆਉਂਦੇ, ਆਰਡੀਨੈਂਸ ਤੋਂ ਬਿੱਲਾਂ ਤੱਕ ਦਾ ਜਿਹੜਾ ਸਫ਼ਰ ਸੀਗਾ, ਉਸ ਦੇ ਵਿੱਚ ਜਿਹੜਾ ਅਕਾਲੀ ਦਲ ਦਾ ਸਟੈਂਡ ਸੀ, ਉਸ ਦੇ ਵਿੱਚ ਜਿਹੜਾ ਐਂਗਰ ਹੈ ਉਹ ਆਮ ਲੋਕਾਂ ਦੇ ਵਿੱਚ ਹੈਗਾ ਹੈ। ਨਹੀਂ, ਬਿਲਕੁਲ ਆਊਗਾ, ਮੈਂ ਇਸ ਗੱਲ ਤੇ ਡਾਊਟ ਨਹੀਂ ਕਰਦਾ। ਪਰ ਰਿਐਲਿਟੀ ਆ, ਇੱਥੇ ਸਿਆਣੇ ਵੀ ਅੱਜ ਤੱਕ ਕਹਿੰਦੇ ਪਏ, ਕਹਿੰਦੇ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਤੈਨੂੰ ਭੁੱਲਿਆ ਨਹੀਂ ਕਹਿੰਦੇ, ਪਹਿਲੀ ਗੱਲ। ਦੂਜੀ ਗੱਲ ਆਪਾਂ ਯਾਦ ਰੱਖਣ ਦੀ ਲੋੜ ਆ ਕਿ ਜਦੋਂ ਵੀ ਇਹ ਗੱਲ ਹੋਈ ਆ, ਸਾਰੀ ਪਾਰਟੀਆਂ ਨੇ ਪਹਿਲਾਂ ਕਿਸਾਨ ਜਿੱਥੋਂ ਤੱਕ ਮੈਨੂੰ ਯਾਦ ਆ, ਹੋ ਸਕਦਾ ਮੈਂ ਕਿਤੇ ਗਲਤ ਹੋਵਾਂ ਪਰ ਮੈਨੂੰ ਜ਼ਰੂਰ ਠੀਕ ਕਰਿਓ ਅਗਰ ਮੈਂ ਗਲਤ ਹੋਵਾਂ। ਮੈਨੂੰ ਜਿੱਥੋਂ ਤੱਕ ਯਾਦ ਆਉਂਦਾ ਹੈ, ਪਹਿਲਾਂ ਕਿਸਾਨ ਜਥੇਬੰਦੀਆਂ ਵੱਲੋਂ ਵੀ ਇਹ ਅਨਾਉਂਸ ਕੀਤਾ ਗਿਆ ਸੀ ਕਿ ਇਹਦੇ ਅੰਦਰ MSP ਜਿਹੜੀ ਆ ਉਹ ਕਨਫਰਮ ਕੀਤੀ ਜਾਵੇ, MSP ਦਾ ਕਾਨੂੰਨ ਲਿਆਂਦਾ ਜਾਵੇ। ਮੈਨੂੰ ਜਿੱਥੋਂ ਤੱਕ ਯਾਦ ਆ, ਮੈਂ ਠੀਕ ਆ ਜਾਂ ਗਲਤ ਆ, ਪਹਿਲਾਂ ਇਹੀ ਮੰਗ ਕੀਤੀ ਗਈ ਸੀਗੀ। ਔਰ ਉਸ ਦੇ ਚੱਲਦੇ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ, ਸਰਦਾਰ ਸੁਖਬੀਰ ਸਿੰਘ ਬਾਦਲ ਨੇ, ਜਿਹੜੇ ਉਸ ਵੇਲੇ ਦੇ ਕ੍ਰਿਸ਼ੀ ਮੰਤਰੀ ਸੀ, ਉਹਨੂੰ ਚੰਡੀਗੜ੍ਹ ਬੁਲਾਇਆ, ਪ੍ਰੈਸ ਕਾਨਫਰੰਸ ਹੋਈ, ਉੱਥੇ ਉਹਨਾਂ ਨੇ ਜਨਤਕ ਤੌਰ ਤੇ ਅਨਾਉਂਸ ਕੀਤਾ ਕਿ ਅਸੀਂ ਕਾਨੂੰਨ ਬਣਾਉਣ ਲੱਗੇ ਹਾਂ, MSP ਨੂੰ ਗਰੰਟੀ ਦੇਵਾਂਗੇ। ਲੇਕਿਨ ਬਿਨਾਂ MSP ਦੇ ਗਰੰਟੀ ਦੇ ਜਦੋਂ ਇਹ ਤਿੰਨੇ ਕਾਲੇ ਕਾਨੂੰਨਾਂ ਦੇ ਉੱਤੇ ਚਰਚਾ ਸ਼ੁਰੂ ਹੋ ਗਈ, ਉਸੇ ਵੇਲੇ ਰਿਜ਼ਾਈਨ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ ਸੀ। ਇੱਕ ਗੱਲ ਮੈਂ ਤੁਹਾਨੂੰ ਜਿਹੜੀ ਗੱਲ ਕਹੀ, ਇੱਕ ਗੱਲ ਥੋੜਾ ਜਿਹਾ ਪਿੱਛੇ ਜ਼ਰੂਰ ਰਿਵਾਈਂਡ ਕਰਕੇ ਦੇਖਿਓ ਜੇ ਕਿ ਜਦੋਂ ਇਹ ਲਿਆਂਦੇ ਕਿ ਉਸ ਵੇਲੇ ਕਿਸਾਨ ਜਥੇਬੰਦੀਆਂ ਦੀ ਕੀ ਮੰਗ ਸੀਗੀ। ਕਿਸਾਨ ਜਥੇਬੰਦੀਆਂ ਦੀ ਮੰਗ ਵੀ ਇਹੀ ਸੀਗੀ ਕਿ MSP ਕਨਫਰਮ ਕੀਤੀ ਜਾਵੇ, MSP ਦਾ ਕਾਨੂੰਨ ਲਿਆਂਦਾ ਜਾਵੇ। ਹੁਣ ਜੇ ਕਿਸੇ ਪਾਰਟੀ ਨੇ ਵੱਡਾ ਸਟੈਂਡ ਲਿਆ, ਤੂੰ ਖਾਲੀ ਸ਼੍ਰੋਮਣੀ ਅਕਾਲੀ ਦਲ ਨੇ ਲਿਆ, ਮੈਂ ਕਹਿੰਦਾ ਤੁਸੀਂ ਮੰਨੋ ਗਲਤੀ, ਪਰ ਕਿਆ ਗਲਤੀ ਨੂੰ ਸੁਧਾਰਨ ਦਾ ਕੰਮ ਕੀਤਾ ਕਿ ਨਹੀਂ ਕੀਤਾ? ਇੱਕ ਗੱਲ। ਦੂਜੀ ਗੱਲ, ਕਾਂਗਰਸ ਜਿਹੜੀ ਸੀਗੀ, ਕੈਪਟਨ ਅਮਰਿੰਦਰ ਸਿੰਘ ਜਿਹੜੇ ਸੀਗੇ, ਉਹ ਤੇ ਐਜ਼ ਅ ਮੁੱਖ ਮੰਤਰੀ ਇਹਦਾ ਹਿੱਸਾ ਸੀਗੇ।
ਜਿਹੜੀ ਕੰਸਲਟੈਂਸ ਹੋਈ, ਜਿਹੜੀ ਜ਼ਿੰਮੇਵਾਰ, ਜਿਹੜੀ ਉਹਨਾਂ ਨਾਲ ਕੰਸਲਟ ਕੀਤਾ ਗਿਆ, ਜਿਹੜੀ ਕਮੇਟੀ ਬਣੀ ਮੁੱਖ ਮੰਤਰੀਆਂ ਦੀ ਕਮੇਟੀ ਦੇ ਅੰਦਰ, ਉਹਨਾਂ ਨੇ ਕੰਸੈਂਟ ਦਿੱਤੀ। ਔਰ ਤੁਹਾਨੂੰ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਹੈ, ਕੰਸੈਂਟ ਉਹਨਾਂ ਨੇ ਕਿਉਂ ਦਿੱਤੀ ਕੈਪਟਨ ਅਮਰਿੰਦਰ ਸਿੰਘ ਜੀ ਨੇ? ਇਸ ਕਰਕੇ ਦਿੱਤੀ ਕਿਉਂਕਿ ਕਾਂਗਰਸ ਦਾ ਵੀ ਇਹੀ ਸਟੈਂਡ ਸੀਗਾ। ਜਦੋਂ ਕਾਂਗਰਸ ਇਹ ਤਿੰਨੇ ਕਾਨੂੰਨ ਲਿਆਉਣਾ ਚਾਹੁੰਦੀ ਸੀਗੀ, ਉਸ ਵੇਲੇ ਬੀਜੇਪੀ ਜਿਹੜੀ ਸੀ ਲੋਕ ਸਭਾ 'ਚ ਔਰ ਰਾਜ ਸਭਾ 'ਚ ਵਿਰੋਧ ਕਰ ਰਹੀ ਸੀ। ਸੁਸ਼ਮਾ ਸਵਰਾਜ ਜੀ ਤੇ ਅਰੁਣ ਜੇਟਲੀ ਜੀ ਵਿਰੋਧ ਕਰ ਰਹੇ ਸੀ, ਅਗਰ ਤੁਹਾਨੂੰ ਯਾਦ ਹੋਵੇ। ਇਸ ਕਰਕੇ ਕਾਂਗਰਸ ਉਹਨਾਂ ਦੇ ਪੱਖ ਅੰਦਰ ਸੀ। ਇਸ ਵਾਸਤੇ ਕਾਂਗਰਸ ਦੇ ਮੁੱਖ ਮੰਤਰੀ ਜੀ ਦੀ ਜ਼ਿੰਮੇਵਾਰੀ ਸੀ, ਜਿਹੜਾ ਕਮੇਟੀ ਦਾ ਹਿੱਸੇਦਾਰ ਸੀਗਾ, ਆਪਾਂ ਕਹੀਏ ਜੀ ਉਹ ਤਾਂ ਜ਼ਿੰਮੇਵਾਰ ਨਹੀਂ, ਜਿਨ੍ਹਾਂ ਨੇ ਵਿਰੋਧ ਦੇ ਚੱਲਦੇ ਸਾਰੀ ਸਰਕਾਰ ਛੱਡੀ, ਸਾਰਾ ਵਿਰੋਧ ਦਰਜ ਕਰਾਇਆ, ਔਰ ਉਸ ਵਿਰੋਧ ਦੇ ਚੱਲਦੇ ਪੂਰੇ ਦੇਸ਼ ਅੰਦਰ ਚੀਜ਼ ਰਜਿਸਟਰ ਹੋਈ ਕਿ ਸ਼੍ਰੋਮਣੀ ਅਕਾਲੀ ਦਲ ਵਰਗੀ ਪਾਰਟੀ ਛੱਡ ਕੇ ਚਲੀ ਗਈ ਆ। ਇਹਦਾ ਮਤਲਬ ਵਾਕਈ ਬਹੁਤ ਵੱਡੀ ਗਲਤੀ ਆ। ਸੋ ਮੇਰਾ ਖਿਆਲ ਆ ਕਿ ਆਪਾਂ ਨੂੰ ਇਹ ਗੱਲ ਨੂੰ ਨਹੀਂ ਭੁੱਲਣਾ ਚਾਹੀਦਾ। ਪਰ ਮੈਂ ਫੇਰ ਇਹ ਗੱਲ ਕਹਿਣਾ ਹੈ, ਆਖਿਰਕਾਰ ਜਿੰਨੀ ਵੀ ਲੜਾਈ ਲੜਨੀ, ਮੈਂ ਕਹਿੰਦਾ ਥੋੜੀ ਹੋਈ ਹੋਊਗੀ, ਹੋਰ ਥੋੜੀ ਲੜੀ ਹੋਊਗੀ, ਪਰ ਲੜੀ ਤੇ ਸ਼੍ਰੋਮਣੀ ਅਕਾਲੀ ਦਲ ਨਹੀਂ ਆ। ਤੁਸੀਂ ਇਹਨੂੰ 5% ਮੰਨ ਲਓ, ਤੁਸੀਂ ਇਹਨੂੰ 1% ਵੀ ਮੰਨ ਲਓ, ਪਰ ਲੜੀ ਤੇ ਸ਼੍ਰੋਮਣੀ ਅਕਾਲੀ ਦਲ ਨਹੀਂ ਆ। ਜਿਨ੍ਹਾਂ ਨੇ ਲੜੀ ਨਹੀਂ ਉਹਨਾਂ ਦਾ ਸਵਾਗਤ ਕਰੀਏ, ਤੇ ਜਿਨ੍ਹਾਂ ਨੇ ਲੜੀ ਆ ਉਹਨਾਂ ਦਾ ਵਿਰੋਧ ਕਰੀਏ। ਲੋਕ ਸਭਾ ਦੇ ਅੰਦਰ ਇਹ ਛਾਰੇ ਛੱਡ ਕੇ ਭੱਜ ਗਏ। ਔਰ ਹੋਰ ਸੁਣੋ, ਦਿੱਲੀ ਅੰਦਰ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਇਸ ਕਾਨੂੰਨ ਨੂੰ ਲਾਗੂ ਕੀਤਾ, ਬਕਾਇਦਾ ਲੋਕ ਸਭਾ ਆਪਣੇ ਵਿਧਾਨ ਸਭਾ 'ਚ ਪਾਸ ਕਰਨ ਤੋਂ ਬਾਅਦ ਜਦੋਂ ਪੰਜਾਬ 'ਚ ਰੌਲਾ ਪੈ ਗਿਆ, ਫਿਰ ਉਹਦੇ ਬਿੱਲ ਪਾੜ ਦਿੱਤੇ। ਤੇ ਆਪਾਂ ਨੇ ਗੱਲਾਂ ਭੁੱਲਣੀਆਂ ਵੀ ਨਹੀਂ ਚਾਹੀਦੀਆਂ। ਤਾਂ ਸਿਰਸਾ ਸਾਹਿਬ, ਇਹ ਜਿਹੜੀ ਗੱਲ ਹੈ ਤੁਸੀਂ ਦੱਸਿਆ ਕਿ ਸਾਰਾ ਕੁਝ ਹੈ, ਪਰ ਜਦੋਂ ਹੁਣ ਆਪਾਂ ਕਨਕਲੂਜਨ ਨਾਲ ਜਾਂਦੇ ਹਾਂ ਕਿ ਜਿਸ ਤਰ੍ਹਾਂ ਸਾਹਨੇਵਾਲ ਸਾਹਿਬ ਸੁਖਬੀਰ ਬਾਦਲ ਜੀ ਦੀ ਇੱਕ ਸਟੇਟਮੈਂਟ ਆਈ ਕਿ ਇੱਕ ਇਸ਼ਾਰੇ ਤੇ ਕੋਈ ਲੱਭਣਾ ਨਹੀਂ, ਉਸ ਦਾ ਵੀ ਇੱਕ ਪ੍ਰਚਾਰ ਹੈ, ਉਸ ਨੂੰ ਲੈ ਕੇ ਵੀ ਗੁੱਸਾ ਹੈ, ਉਸ ਦੇ ਸੰਦਰਭ ਵੀ ਲੋਕ ਵੱਖੋ ਵੱਖ ਕੱਢ ਰਹੇ ਨੇ। ਕੁਝ ਲੋਕ ਸਿੱਧੇ ਕਿਸਾਨਾਂ ਨੂੰ ਲੈ ਕੇ ਕੱਢ ਰਹੇ ਨੇ, ਕੁਝ ਲੋਕ ਕਿਸ ਤਰ੍ਹਾਂ ਨਾਲ। ਇਹ ਸਾਰੇ ਸੰਦਰਭਾਂ ਨੂੰ ਜੇ ਅਸੀਂ ਸਮਝਣਾ ਹੋਵੇ ਤਾਂ ਕਿੱਦਾਂ ਸਮਝਾਂਗੇ? ਕਿਉਂਕਿ ਉਸ ਸਟੇਟਮੈਂਟ ਤੋਂ ਬਾਅਦ ਜਿਹੜਾ ਹੈ ਉਹ ਗੁੱਸਾ ਕਿਸਾਨਾਂ ਦੇ ਅੰਦਰ, ਆਮ ਲੋਕਾਂ ਦੇ ਅੰਦਰ ਵਧਿਆ ਹੈ। ਜੇ ਤੁਸੀਂ ਇਹ ਸਟੇਟਮੈਂਟ ਲੋਕਾਂ ਨੂੰ ਇਹ ਕਹਿ ਕੇ ਸੰਬੋਧਿਤ ਕਰਾਓਗੇ ਕਿ ਉਹਨਾਂ ਨੇ ਕਿਸਾਨਾਂ ਨੂੰ ਕਿਹਾ ਤੇ ਕਿਸਾਨ ਗਲਤ ਨੇ, ਉਹਨਾਂ ਦਾ ਗੁੱਸਾ ਹੋਣਾ ਜਾਇਜ਼ ਆ, ਕੋਈ ਗਲਤ ਨਹੀਂ ਹੈਗਾ। ਮੈਂ ਵੀ ਆਉਂਗਾ, ਮੈਂ ਵੀ ਕਿਸਾਨ ਦਾ ਹੀ ਬੇਟਾ, ਮੈਨੂੰ ਵੀ ਥੋੜੀ ਤਕਲੀਫ ਹੋਊਗੀ। ਪਰ ਆਪਾਂ ਨੂੰ ਉਹ ਸਟੇਟਮੈਂਟ ਦੀ ਕਲੈਰੀਫਿਕੇਸ਼ਨ, ਪੂਰੀ ਵੀਡੀਓ ਸੁਖਬੀਰ ਜੀ ਨੇ ਚਲਾ ਕੇ, ਮੈਂ ਕੱਲ ਦੇਖ ਰਿਹਾ ਸੀ, ਚਲਾ ਰੱਖੀ ਆਪਣੇ ਫੇਸਬੁੱਕ ਤੇ ਪਾਈ। ਕਿਹਾ ਕਿ ਉਹਨਾਂ ਨੇ ਇਹ ਗੱਲ ਕਲੈਰਿਟੀ 'ਚ ਦੱਸੀ ਕਿ ਜਿਸ ਤਰ੍ਹਾਂ ਇਹ ਪ੍ਰੋਟੈਸਟਰ ਕਰਦੇ ਪਏ ਨੇ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਲੋਕ ਜਿਹੜੇ ਨੇ ਝੰਡੇ ਫੜ ਫੜ ਕੇ ਕਿਸਾਨੀ ਦੇ, ਔਰ ਇਹ ਬੰਦੇ ਆਇਡੈਂਟੀਫਾਈ ਹੋ ਰਹੇ ਨੇ। ਉਹਨਾਂ ਨੇ ਬਾਰ-ਬਾਰ ਕਿਹਾ ਬੰਦੇ ਆਇਡੈਂਟੀਫਾਈਡ ਨੇ, ਕਿਉਂਕਿ ਲੋਕਲ ਇਲਾਕੇ 'ਚ ਤਾਂ ਹਰ ਬੰਦਾ ਆਇਡੈਂਟੀਫਾਈ ਕਰ ਲੈਂਦਾ ਕਿਹੜੀ ਪਾਰਟੀ ਨਾਲ ਲੱਗਾ, ਜਦੋਂ ਅੱਜ ਕੱਲ੍ਹ ਵੀਡੀਓ ਸਾਹਮਣੇ ਆ ਜਾਂਦੀਆਂ ਨੇ। ਤੇ ਜੇਕਰ ਅਸੀਂ ਕਿਹਾ ਤੇ ਇਹਨਾਂ ਲੋਕਾਂ ਨੇ ਲੱਭਣਾ ਨਹੀਂ। ਹੁਣ ਜਦੋਂ ਗੱਲ ਆਪਾਂ ਕਰਦੇ ਪਏ ਕਾਂਗਰਸ ਔਰ ਆਮ ਆਦਮੀ ਪਾਰਟੀ ਦੀ, ਉਹਨੂੰ ਕਿਸਾਨਾਂ ਨਾਲ ਜੋੜ ਦਈਏ ਤੇ ਫਿਰ ਭਾਜੀ ਵੀਡੀਓ ਤੇ ਕੋਈ ਵੀ ਕਰਕੇ ਪਾ ਦਾਂਗੇ ਤੇ ਕਿਸੇ ਨੂੰ ਗੁੱਸਾ ਆਉਣਾ ਜਾਇਜ਼ ਹੀ ਹੈ, ਇਹ 'ਚ ਕੋਈ ਗਲਤ ਨਹੀਂ ਹੈਗਾ। ਪਰ ਜਦੋਂ ਕਿਸਾਨਾਂ ਨੂੰ ਇਹ ਗੱਲ ਕਹੀ ਨਹੀਂ ਗਈ, ਫਿਰ ਉਹਨੂੰ ਕਿਸਾਨਾਂ ਵੱਲ ਨੂੰ ਕਰਕੇ ਕਿਹਾ ਜਾਵੇ, ਤੇ ਫਿਰ ਮੈਂ ਨਹੀਂ ਸਮਝਦਾ ਕਿ ਜਿੰਨਾ ਲੋਕ ਇਹ ਕਰਦੇ ਪਏ ਆ, ਸਗੋਂ ਕਿਸਾਨ ਮੇਰੇ ਵੀਰਾਂ ਨੂੰ ਔਰ ਜਥੇਬੰਦੀ ਨੂੰ ਉਹਨਾਂ ਨੂੰ ਸਵਾਲ ਪੁੱਛਣਾ ਚਾਹੀਦਾ ਹੈ ਵੀ ਤੁਸੀਂ ਇਹ ਗਲਤ ਕੰਮ ਕਿਉਂ ਕਰਦੇ ਪਏ ਜੇ? ਲਿਆਓ ਦੱਸੋ, ਜਿਹੜੀ ਵੀਡੀਓ ਅੱਜ ਪੂਰੀ ਵੀਡੀਓ ਕਿਉਂ ਨਹੀਂ ਚਲਾ ਕੇ ਦਿਖਾਉਂਦੇ ਜੀ ਉਹਨਾਂ ਨੇ ਗੱਲ ਕਿੱਥੋਂ ਸ਼ੁਰੂ ਕੀਤੀ ਔਰ ਕਿੱਥੇ ਖਤਮ ਕੀਤੀ? ਸੋ ਇਹਦਾ ਮਤਲਬ ਕੀ ਆ? ਇਹਦਾ ਮਤਲਬ ਇਹ ਆ ਕਿ ਕਿਤੇ ਨਾ ਕਿਤੇ ਸਿਆਸੀ ਪਾਰਟੀਆਂ ਜਿਹੜੀਆਂ ਨੇ ਉਹਨਾਂ ਦਾ ਇੱਕੋ ਟਾਰਗੇਟ ਆ ਅਕਾਲੀ ਦਲ। ਕੇਂਦਰ ਦਾ ਵੀ ਟਾਰਗੇਟ ਅਕਾਲੀ ਦਲ ਆ, ਕਾਂਗਰਸ ਦਾ ਵੀ ਟਾਰਗੇਟ ਅਕਾਲੀ ਦਲ ਆ, ਆਮ ਆਦਮੀ ਪਾਰਟੀ ਦਾ ਵੀ ਟਾਰਗੇਟ ਅਕਾਲੀ ਦਲ ਆ। ਸਾਰੀਆਂ ਪਾਰਟੀਆਂ ਕਿਉਂ ਆ? ਕਿਉਂਕਿ ਸਭ ਨੂੰ ਪਤਾ ਹੈ ਕਿ ਵਾਹਦ ਇੱਕ ਪਾਰਟੀ ਆ ਜਿਹੜੀ ਪੰਜਾਬ ਦੀ ਆਪਣੀ ਪਾਰਟੀ ਆ, ਵਾਹਦ ਇੱਕ ਪਾਰਟੀ ਜਿਹੜੀ ਕਿਸਾਨੀ ਦੀ ਗੱਲ ਕਰੂ, ਕਿਉਂਕਿ ਸਾਡਾ ਇੰਟਰਸਟ ਨਾ ਦਿੱਲੀ ਨਾਲ ਆ ਨਾ ਬਾਕੀ ਦੇਸ਼ ਨਾਲ ਆ। ਇਸ ਕਰਕੇ ਸਭ ਨੂੰ ਲੱਗਦਾ ਹੈ ਕਿ ਸਾਡੇ ਏਜੰਡੇ ਵੱਖੋ ਵੱਖ ਆ। ਅਰਵਿੰਦ ਕੇਜਰੀਵਾਲ ਜੀ ਦਾ ਏਜੰਡਾ ਵੱਖਰਾ ਹੈ, ਉਹ ਆਉਣਗੇ ਕਹਿਣਗੇ ਜੀ ਪਾਣੀ ਹਰਿਆਣਾ ਨੂੰ ਮਿਲਣਾ ਚਾਹੀਦਾ, ਹਰਿਆਣਾ 'ਚ ਜਾਣਗੇ। ਦਿੱਲੀ 'ਚ ਆਉਣਗੇ ਕਹਿਣਗੇ ਦਿੱਲੀ ਨੂੰ ਮਿਲਣਾ ਚਾਹੀਦਾ ਹੈ। ਸੋ ਹੀ ਪ੍ਰੋਬਲਮ ਕਾਂਗਰਸ ਦੀ ਆ, ਸੋ ਹੀ ਪ੍ਰੋਬਲਮ ਬੀਜੇਪੀ ਦੀ ਆ। ਲੇਕਿਨ ਵਾਹਦ ਇੱਕ ਆਪਣੀ ਪਾਰਟੀ ਆ ਜਿਹਦੀ ਇਹ ਪ੍ਰੋਬਲਮ ਨਹੀਂ ਹੈਗੀ, ਇਸ ਕਰਕੇ ਸਾਰੇ ਸਾਡੇ ਤੇ ਹਮਲਾ ਕਰਦੇ ਨੇ। ਸਿਰਸਾ ਸਾਹਿਬ, ਇਹ ਤਾਂ ਗੱਲਾਂ ਹੋ ਗਈਆਂ। ਜੇ ਆਪਾਂ ਹੁਣ ਇਹਨੂੰ ਸੋਚੀਏ ਵੀ ਜਿਹੜਾ ਇਹ ਟਕਰਾਅ ਵਾਲਾ ਮਾਹੌਲ ਬਣਿਆ, ਕਿਸਾਨ ਜਥੇਬੰਦੀਆਂ ਨੇ ਵੀ ਕਿਹਾ ਕਿ ਜਿਹੜੀ ਲਘੂ ਮੀਟਿੰਗਾਂ ਕੀਤੀਆਂ ਜਾਣ ਜਾਂ ਇਸ ਤਰ੍ਹਾਂ ਦਾ ਸੁਝਾਅ ਦਿੱਤਾ। ਅਕਾਲੀ ਦਲ ਵੱਲੋਂ ਵੀ ਜਦੋਂ ਸੁਖਬੀਰ ਜੀ ਨੇ ਪੀਸੀ ਕੀਤੀ ਤਾਂ ਉਹਨਾਂ ਨੇ ਵੀ ਕੁਝ ਇਸ ਤਰ੍ਹਾਂ ਦੇ ਜਿਹੜੇ ਹਾਂ ਪੱਖੀ ਰੁਝਾਨ ਨੂੰ ਹੰਗਾਰਾ ਦਿੱਤਾ। ਪਰ ਜੇ ਆਪਾਂ ਦੇਖੀਏ ਕਿ ਇਹਨੂੰ ਨਿਬੇੜਨਾ ਹੋਵੇ, ਜੇ ਇਸ ਟਕਰਾਅ ਦੇ ਮਾਹੌਲ ਨੂੰ ਸੁਖਾਵੇਂ ਮਾਹੌਲ 'ਚ ਬਦਲਣਾ ਹੋਵੇ, ਤਾਂ ਕਿਸ ਤਰ੍ਹਾਂ ਦੀ ਅਪਰੋਚ ਹੈ ਜਿਹੜੀ ਤੁਹਾਡੇ ਵੱਲੋਂ ਅਪਣਾਈ ਜਾ ਸਕਦੀ ਹੈ, ਤੁਹਾਡੀ ਪਾਰਟੀ? ਦੇਖੋ, ਅਸੀਂ ਤੇ ਹੱਥ ਜੋੜ ਕੇ ਕਿਸਾਨ ਜਥੇਬੰਦੀਆਂ ਨੂੰ ਦੋਵੇਂ ਬੇਨਤੀਆਂ ਕਰਾਂਗੇ। ਪਹਿਲੀ ਗੱਲ ਮੇਰੇ ਵੀਰੋ, ਅਸੀਂ ਸਾਡੀ ਤੇ ਜਾਣ ਦੀ ਵੀ ਕਿਤੇ ਲੋੜ ਆ ਤਾਂ ਉਹ ਵੀ ਦੱਸ ਦਿਓ ਜੀ, ਪਿੱਛੇ ਨਹੀਂ ਹਟਾਂਗੇ। ਬਾਂਦਰ ਜੇਲ੍ਹਾਂ 'ਚ ਸੁੱਟਣਾ ਹੋਊਗਾ ਉੱਥੇ ਵੀ ਰਵਾਂਗੇ। ਜੇ ਕਿਸੇ ਨੇ ਮਰਨਾ ਤੁਹਾਡੇ ਪਿੱਛੇ ਤੇ ਅਸੀਂ ਆ। ਇਸ ਕਰਕੇ ਅਸੀਂ ਕਿਸੇ ਵੀ ਸੂਰਤ ਅੰਦਰ ਐਡਾ ਵੱਡਾ ਗੁਨਾਹ ਪਾਪ ਕਰਨ ਦਾ ਸੋਚ ਵੀ ਨਹੀਂ ਸਕਦੇ ਜਿੱਥੇ ਸਾਡੇ ਕਿਸਾਨੀ ਦੇ ਖਿਲਾਫ ਟਕਰਾਵ ਚ ਆ ਜਾਈਏ। ਯਾਰ ਜਿਨ੍ਹਾਂ ਪਿੱਛੇ ਡਾਂਗਾ ਖਾਣ ਨੂੰ ਔਰ ਮਰਨ ਨੂੰ ਅਸੀਂ ਤਿਆਰ ਆ। ਜਿਸ ਕੇਂਦਰ ਸਰਕਾਰ ਦੇ ਨਾਲ ਸਿੱਧਾ ਮੱਥਾ ਲਾਇਆ, ਮੈਂ ਤੈਨੂੰ ਮਾਫ ਕਰਿਓ ਕਹਿਣਾ ਨਹੀਂ ਚਾਹੁੰਦਾ, ਇਹ ਮੇਰੀ ਆਤਮਾ ਜਾਣਦੀ ਆ, ਮੇਰਾ ਪਰਿਵਾਰ ਜਾਣਦਾ ਹੈ ਮੈਂ ਕਿਸ ਤਰ੍ਹਾਂ ਦੇ ਹਾਲਾਤਾਂ ਚੋਂ ਨਿਕਲ ਕੇ ਆਇਆ, ਕਿਸ ਤਰ੍ਹਾਂ ਦਾ ਮੈਨੂੰ ਟੌਰਚਰ ਕੀਤਾ ਗਿਆ ਔਰ ਕਿਆ ਮੇਰੇ ਨਾਲ ਕੀਤਾ ਗਿਆ। ਮੈਂ ਉਹ ਗੱਲਾਂ ਕਰਕੇ ਕਿਸੇ ਤਰੀਕੇ ਦੀ ਮੈਂ ਇਸ ਗੱਲ ਤਾਂ ਉਹ ਨਹੀਂ ਮੈਂ ਨਹੀਂ ਕਹਿਣਾ ਚਾਹੁੰਦਾ ਵੀ ਯਾਰ ਮੈਂ ਤੁਹਾਡੇ ਪਿੱਛੇ ਕੀਤਾ, ਪਰ ਮੇਰੀ ਆਤਮਾ ਜਾਣਦੀ ਔਰ ਮੇਰਾ ਪਰਿਵਾਰ ਜਾਣਦਾ ਹੈ ਜੋ ਕੁਝ ਮੇਰੇ ਨਾਲ ਹੋਇਆ ਹੈ। ਕੇਵਲ ਇਸ ਕਰਕੇ ਕਿਉਂਕਿ ਮੈਂ ਆਪਣੇ ਭਰਾਵਾਂ ਨਾਲ ਜਾ ਕੇ ਖੜਾ ਸੀ, ਉਦਣ ਕਿਹਾ ਸੀ ਗਰਦਨ ਕਟਵਾ ਦਾਂਗੇ, ਆਪਣੇ ਭਰਾਵਾਂ ਨੂੰ ਨਹੀਂ ਛੱਡਾਂਗੇ। ਅੱਜ ਫੇਰ ਕਹਿੰਦੇ ਆ
ਭਾਈ ਸਾਡੀ ਲੜਾਈ ਕਦੀ ਹੋ ਸਕਦੀ ਕਿਸਾਨਾਂ ਨਾਲ? ਅਸੀਂ ਟਕਰਾਵ ਚ ਆ ਜਾਈਏ, ਮਰ ਜਾਵਾਂਗੇ। ਐਸਾ ਟਕਰਾਵ ਕਦੀ ਨਹੀਂ ਹੋਣ ਦਿਆਂਗੇ। ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਦੇਖੋ ਮੇਰੇ ਵੀਰੋ, ਅਸੀਂ ਤੁਹਾਡੇ ਆਪਣੇ ਆ, ਐਸਾ ਕੋਈ ਕੰਮ ਨਾ ਕਰੋ ਜਿਹਦੇ ਨਾਲ ਅਸੀਂ ਵੀ ਲੋਕਾਂ ਸ਼ਰਮਸਾਰ ਹੋਈਏ, ਲੋਕ ਸਾਨੂੰ ਤਾਨੇ ਮੇਣੇ ਪਾਉਣ, ਸਾਨੂੰ ਤੰਜ ਕੱਸਣ ਵੀ ਕਰ ਲੋ ਹੋਰ। ਇਹ ਕੰਮ ਨਾ ਕਰੋ। ਬਸ ਅਸੀਂ ਤੇ ਇਹੀ ਬੇਨਤੀ ਕਰਾਂਗੇ, ਜਿੱਥੇ ਸਾਨੂੰ ਹਾਜ਼ਰ ਹੋਣ ਨੂੰ ਕਹਿਣਗੇ ਦੋਵੇਂ ਹੱਥ ਬੰਨ ਕੇ ਕਿਸਾਨਾਂ ਵੀਰਾਂ ਦੇ ਵਿੱਚ ਹਾਜ਼ਰ ਹੋ ਜਾਵਾਂਗੇ। ਅਸੀਂ ਤੇ ਇਹੀ ਗੱਲ ਕਹਿ ਸਕਦੇ। ਸਿਰਸਾ ਸਾਹਿਬ, ਇਸ ਸਾਰੇ ਜੇ ਆਪਾਂ ਦੇਖੀਏ ਸੀਕੁਐਂਸ ਦੇ ਵਿੱਚ ਤੁਸੀਂ ਅਕਾਲੀ ਦਲ ਦੇ ਸਿਰਫ ਇੱਕ ਐਸੇ ਆਗੂ ਸੀ ਜਿਨ੍ਹਾਂ ਨੇ ਕਿਸਾਨਾਂ ਦੀ ਮਦਦ ਕਰਦੇ ਹੋਏ ਵੇਖੇ ਗਏ, ਜਿਨ੍ਹਾਂ ਨੂੰ ਕਿਸਾਨ ਹਲਕਿਆਂ ਦੇ ਵਿੱਚ ਜਿਹੜਾ ਉਹ ਪ੍ਰਵਾਨ ਵੀ ਕੀਤਾ ਗਿਆ। ਬਕਾਇਦਗੀ ਨਾਲ ਕਿਸਾਨ ਤੁਹਾਡੇ ਕੋਲ ਆਉਂਦੇ ਸੀ, ਤੁਹਾਨੂੰ ਮਿਲਦੇ ਸੀ, ਕਿਸਾਨ ਆਗੂ ਵੀ ਤੁਹਾਨੂੰ ਮਿਲਦੇ ਸੀ। ਤਾਂ ਤੁਸੀਂ ਕੋਈ ਭੂਮਿਕਾ ਕਿਉਂ ਨਹੀਂ ਨਿਭਾ ਰਹੇ ਇਸ ਸਾਰੀ ਚੀਜ਼ ਨੂੰ ਸੁਖਾਵਾਂ ਕਰਨ ਲਈ? ਜਿਸ ਤਰ੍ਹਾਂ ਦਾ ਮਾਹੌਲ ਹੈ, ਹਾਲਾਂਕਿ ਚੋਣਾਂ ਬਹੁਤ ਦੂਰ ਨੇ, ਉਸ ਤੋਂ ਪਹਿਲਾਂ ਜੇ ਮਾਹੌਲ ਖਰਾਬ ਹੁੰਦਾ ਤਾਂ ਉਹਦੇ ਕਈ ਗਲਤ ਨਤੀਜੇ ਹੋ ਸਕਦੇ ਆ, ਕਈ ਤਰ੍ਹਾਂ ਦੇ ਨੁਕਸਾਨ ਹੋ ਸਕਦੇ ਆ। ਤੁਸੀਂ ਆਪਣੀ ਇੱਕ ਭੂਮਿਕਾ ਕਿਉਂ ਨਹੀਂ ਚੂਜ਼ ਕਰਦੇ? ਤੁਸੀਂ ਵਿਚੋਲਗੀ ਕਿਉਂ ਨਹੀਂ ਕਰਦੇ ਦੋਵਾਂ ਧਿਰਾਂ ਦੇ ਵਿੱਚ ਜਿਹੜਾ ਉਹ ਸੁਖਾਵਾਂ ਮਾਹੌਲ ਕਰਨ ਦੇ ਲਈ? ਦੇਖੋ, ਪਹਿਲੀ ਗੱਲ ਆ, ਮੈਂ ਏਡੀ ਮੇਰੀ ਹੈਸੀਅਤ ਨਹੀਂ ਹੈਗੀ ਕਿ ਮੈਂ ਵਿਚੋਲਗੀ ਦੇ ਲਾਇਕ ਹੋਵਾਂ। ਮੈਂ, ਇਹ ਬਹੁਤ ਵੱਡਾ ਵਰਡ ਆ, ਕਿਉਂਕਿ ਕਿਸਾਨ ਜਥੇਬੰਦੀਆਂ ਬਹੁਤ ਵੱਡੀਆਂ ਨੇ, ਸ਼੍ਰੋਮਣੀ ਅਕਾਲੀ ਦਲ ਇੱਕ ਪਾਰਟੀ ਹੈ, ਮੈਂ ਬਹੁਤ ਛੋਟਾ ਜਿਹਾ ਕਰਿੰਦਾ ਹਾਂ। ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ, ਮੇਰੇ ਵੀਰੋ, ਭਾਵੇਂ ਮੈਨੂੰ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਜਾ ਕੇ ਜੋੜੇ ਝਾੜਨੇ ਪੈਣ ਤੇ ਭਾਵੇਂ ਪੈਰ ਫੜਨੇ ਪੈਣ, ਮੈਂ ਕਿਸੇ ਵੀ ਸੂਰਤ ਅੰਦਰ ਟਕਰਾਵ ਨਹੀਂ ਹੋਣ ਦਊਂਗਾ। ਇਹ ਗੱਲ ਮੈਂ ਤੁਹਾਡੇ ਪੰਜਾਬ ਔਰ ਦੁਨੀਆ ਭਰ ਦੇ ਸਿੱਖਾਂ ਨੂੰ ਬੇਨਤੀ ਕਰਕੇ ਜ਼ਰੂਰ ਕਹੂੰਗਾ। ਕਿਸਾਨ ਸਾਡੀ ਜਿੰਦ ਜਾਨ ਆ, ਇਹਨਾਂ ਦੇ ਪਿੱਛੇ ਜਾਣ ਦੇਣ ਵਾਲੇ ਲੋਕ ਕਦੀ ਟਕਰਾਵ ਹੋਣ ਦੇਣਗੇ? ਹੋ ਹੀ ਨਹੀਂ ਸਕਦਾ, ਭਾਵੇਂ ਪੈਰ ਫੜਨੇ ਪੈਣ ਤੇ ਭਾਵੇਂ ਜੋੜੇ ਝਾੜਨੇ ਪੈਣ। ਸਿਰਸਾ ਸਾਹਿਬ, ਤੁਸੀਂ ਦੱਸਿਆ, ਪਰ ਫਿਰ ਵੀ ਜੇ ਆਪਾਂ ਇਸ ਨੂੰ ਹੋਰ ਕਰਨ ਦੀ ਕੋਸ਼ਿਸ਼ ਕਰੀਏ, ਤੁਸੀਂ ਕਿਹੜੇ ਹੱਲ ਸੋਚਦੇ ਹੋ? ਮੇਰਾ ਇਹ ਆਖਰੀ ਪ੍ਰਸ਼ਨ ਹੈ ਕਿ ਤੁਸੀਂ ਕਿਸ ਤਰ੍ਹਾਂ ਦੇ ਹੱਲ ਸੋਚਦੇ ਹੋ ਕਿ ਇਸ ਟਕਰਾਅ ਨੂੰ, ਸਾਰੀ ਸਥਿਤੀ ਨੂੰ ਨਾਰਮਲਾਈਜ਼ ਕਰਨ ਵਾਸਤੇ ਅਕਾਲੀ ਦਲ ਜਾਂ ਤੁਸੀਂ ਜਾਂ ਸੁਖਬੀਰ ਜੀ ਕਿਸ ਤਰ੍ਹਾਂ ਦੇ ਜਿਹੜੇ ਆ ਆਪਣੇ ਵੱਲੋਂ ਕਿਹੜੇ ਕਦਮ ਚੁੱਕਣੇ ਚਾਹੀਦੇ ਆ ਤੁਹਾਨੂੰ, ਜਾਂ ਚੁੱਕ ਸਕਦੇ ਹੋ? ਅਸੀਂ ਉਹਨਾਂ ਸਾਰਿਆਂ ਨਾਲ ਜਾ ਕੇ ਵਿਅਕਤੀਗਤ ਤੌਰ ਤੇ ਗੱਲ ਵੀ ਕਰਾਂਗੇ, ਔਰ ਜੇ ਉਹ ਕਹਿਣਗੇ ਕਿ ਸੁਖਬੀਰ ਜੀ ਸਾਡੇ ਕੋਲ ਆ ਕੇ ਗੱਲ ਕਰ, ਬਿਲਕੁਲ ਉਹ ਵੀ ਜਾ ਕੇ ਗੱਲ ਕਰਨਗੇ। ਜਿੱਥੇ ਕਹਿਣਗੇ ਉੱਥੇ ਆ ਗੱਲ ਕਰਨਗੇ। ਕਿਉਂਕਿ ਇੱਕ ਗੱਲ ਪਤਾ ਕੀ ਗੱਲ ਆ, ਗੱਲ ਜਥੇਬੰਦੀ ਦੀ ਨਹੀਂ ਹੈਗੀ, ਗੱਲ ਕਿਸੇ ਜਥੇਬੰਦੀ ਦੀ ਗੱਲ ਹੈ ਕਿ ਭਾਵੇਂ ਇੱਕ ਵੀ ਕਿਸਾਨ ਹੋਵੇ, ਆਖਰਕਾਰ ਅੰਨਦਾਤਾ ਹੈ, ਉਹਨਾਂ ਦੇ ਸਦਕੇ ਅਸੀਂ ਜੀਂਦੇ ਹਾਂ। ਆਖਰ ਪੰਜਾਬ ਸਾਡੀ ਤਾਕਤ ਆ। ਮੈਂ ਦਿੱਲੀ 'ਚ ਬੈਠਾ, ਮੇਰੀ ਤਾਕਤ ਕੀ ਆ? ਮੈਂ ਦਿੱਲੀ 'ਚ ਬੈਠਾ, ਮੇਰੀ ਤਾਕਤ ਕੀ ਆ? ਦੇਸ਼ ਔਰ ਦੁਨੀਆ ਭਰ 'ਚ ਵਸਦੇ ਸਾਡੇ ਕਿਸਾਨ, ਸਾਡੇ ਭਰਾ, ਸਾਡੇ ਸਿੱਖ ਯਾਰ ਜੀ, ਉਹੀ ਸਾਡੀ ਤਾਕਤ ਨਾਲ ਰਹੂ ਤੇ ਫਿਰ ਸਾਡੇ ਪੱਲੇ ਕੀ ਆ? ਕੁਝ ਵੀ ਨਹੀਂ ਹੈਗਾ ਸਾਡੇ ਪੱਲੇ। ਇਸ ਕਰਕੇ ਅਸੀਂ ਚੱਲ ਕੇ ਜਾਵਾਂਗੇ, ਅਸੀਂ ਚੱਲ ਕੇ ਹੱਥ ਬੰਨ੍ਹ ਕੇ ਉਹਨਾਂ ਨਾਲ ਗੱਲ ਕਰਾਂਗੇ। ਉਹ ਜੇ ਕਹਿਣਗੇ ਸਰਦਾਰ ਸੁਖਬੀਰ ਸਿੰਘ ਬਾਦਲ ਇੱਥੇ ਹੋਣਾ ਚਾਹੀਦਾ, ਉੱਥੇ ਜਾ ਕੇ ਗੱਲ ਕਰਾਂਗੇ। ਸਾਡੀ ਕੋਈ ਵੀ ਕਿਸੇ ਵੀ ਸੂਰਤ ਅੰਦਰ ਕਨਫਰੰਟੇਸ਼ਨ ਨਹੀਂ ਹੋ ਸਕਦੀ, ਕਿਸੇ ਸੂਰਤ ਅੰਦਰ ਨਹੀਂ ਹੋਣ ਦੇਣੀ ਅਸੀਂ। ਤਾਂ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਨਾਲ ਜਿਹੜਾ ਸਿਰਸਾ ਸਾਹਿਬ ਨੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਨੇ। ਜਿਹੜਾ ਇਹ ਸਥਿਤੀ ਜਿਹੜੀ ਹੈ ਉਹ ਬਣੀ ਹੈ, ਉਸ ਨੂੰ ਜਿਹੜਾ ਸੁਖਾਵੇਂ ਮਾਹੌਲ ਦੇ ਵਿੱਚ ਲੈ ਕੇ ਜਾਣਾ ਚਾਹੁੰਦੇ ਨੇ, ਤਾਂ ਜੋ ਪੰਜਾਬ ਦੇ ਵਿਚਲਾ ਜਿਹੜਾ ਮਾਹੌਲ ਹੈ ਉਹ ਟਕਰਾਅ ਵਾਲਾ ਨਾ ਹੋਵੇ ਤੇ ਜੋ ਉਹਨਾਂ ਦੇ ਹਿਸਾਬ ਨਾਲ ਜਿਹੜੀ ਜੰਗ ਲੜ ਰਹੇ ਨੇ ਕਿਸਾਨ, ਉਸ ਨੂੰ ਜਿੱਤਿਆ ਜਾ ਸਕੇ। ਸਿਰਸਾ ਸਾਹਿਬ, ਤੁਸੀਂ ਜਗਬਾਣੀ ਦੇ ਨਾਲ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਰੀ ਗੱਲਬਾਤ ਸਾਡੇ ਨਾਲ ਸਾਂਝੀ ਕੀਤੀ। ਤਾਂ ਤੁਸੀਂ ਸੁਣਿਆ ਕਿ ਉਹਨਾਂ ਨੇ ਜਿਹੜੀ ਹੈ ਸਾਰੀ ਗੱਲਬਾਤ ਕੀਤੀ ਹੈ, ਸਾਰਾ ਕੁਝ ਦੱਸਿਆ। ਹੁਣ ਵੇਖਣਾ ਇਹ ਹੈ ਕਿ ਜਿਹੜਾ ਇਹ ਮਾਹੌਲ ਹੈ ਉਸ ਨੂੰ ਸੁਖਾਵਾਂ ਬਣਾਉਣ ਦੇ ਲਈ ਅਕਾਲੀ ਦਲ ਤੇ ਕਿਸਾਨ ਜਥੇਬੰਦੀਆਂ ਕੀ ਕਦਮ ਚੁੱਕਦੀਆਂ ਨੇ, ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਮੋਗਾ ਦੇ ਵਿੱਚ ਦੇਖਣ ਨੂੰ ਮਿਲੇ, ਉਸ ਤੋਂ ਬਾਅਦ ਲੱਗਦਾ ਹੈ ਕਿ ਇਸ ਨੂੰ ਕਰਨਾ ਚਾਹੀਦਾ ਹੈ। ਤੁਸੀਂ ਸਾਰੇ ਜਗਬਾਣੀ ਨਾਲ ਜੁੜੇ ਰਹੇ, ਤੁਹਾਡਾ ਸਭ ਦਾ ਧੰਨਵਾਦ। ਪੰਜਾਬ ਦਾ ਕਿਸਾਨ ਦੇਸ਼ ਨੂੰ ਅੰਨ ਪੈਦਾ ਕਰਕੇ ਦਿੰਦਾ ਹੈ, ਪਰ ਅੱਜ ਪੰਜਾਬ ਦੇ ਕਿਸਾਨ ਤੇ ਬਹੁਤ ਵੱਡਾ ਆਰਥਿਕ ਬੋਝ ਪੈ ਗਿਆ ਹੈ। ਡੀਜ਼ਲ ਦੀਆਂ ਕੀਮਤਾਂ ਤਕਰੀਬਨ 100 ਰੁਪਏ ਤੇ ਪਹੁੰਚ ਗਈਆਂ। ਮੈਂ ਵਾਅਦਾ ਕਰਦਾ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣ ਤੇ ਹਰ ਕਿਸਾਨ ਨੂੰ 10 ਰੁਪਏ ਲੀਟਰ ਡੀਜ਼ਲ ਸਸਤਾ ਦੇਵਾਂਗੇ। ਤਕਰੀਬਨ 2200 ਰੁਪਏ ਇੱਕ ਡਰਮ ਅਗਰ ਉਹਦਾ ਫਾਇਦਾ ਹੋਊਗਾ, ਜਿਸ ਨਾਲ ਉਹਦਾ ਬੋਝ ਘਟ ਸਕੇ। देश दुनिया की हर वड्डी खबर नाल जुड़े रहने लई साडे YouTube चैनल नू सबसक्राइब करो। नाल दी नाल हर नवी वीडियो दी नोटिफिकेशन लई बैल आइकन जरूर दबाओ। जेकर तुसीं ये वीडियो फेसबुक ते देख रहे हो तो इसनू लाइक जरूर करो और ज़्यादा तो ज़्यादा शेयर भी करो। धन्यवाद।